ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ। ਅੱਜ ਇੱਕ ਬਹੁਤ ਇੱਕ ਹੈਵੀ ਇੱਕ ਉਦਾਸੀ ਦਾ ਦਿਨ ਹੈ, ਇੱਕ ਅਫਸੋਸ ਦਾ ਦਿਨ ਹੈ ਸਾਡੇ ਲਈ, ਪੰਜਾਬੀਆਂ ਲਈ, ਸਿੱਖਾਂ ਲਈ, ਅਮਰੀਕਨਸ ਲਈ। ਜਦੋਂ ਅਸੀਂ ਇਸ ਮੁਲਕ ਦੇ ਵਿੱਚ ਆਉਂਦੇ ਹਾਂ ਬੱਚਿਆਂ ਸਮੇਤ, ਪਰਿਵਾਰਾਂ ਸਮੇਤ, ਜਾਂ ਅਕੇਲੇ ਇੱਕ ਨਵੀਂ ਜ਼ਿੰਦਗੀ, ਇੱਕ ਬਿਹਤਰ ਜ਼ਿੰਦਗੀ ਲੈਣ ਆਉਂਦੇ ਹਾਂ। ਐਂਡ ਇਸ ਮੁਲਕ ਦੇ ਵਿੱਚ ਬਹੁਤ ਓਪਰਚੁਨਿਟੀਜ਼ ਹੈਗੀਆਂ। ਇੱਥੇ ਆ ਕੇ ਮਿਹਨਤ ਕਰਕੇ ਕੋਈ ਵੀ ਕਿਸੇ ਵੀ ਅਹੁਦੇ ਤੱਕ ਪਹੁੰਚ ਸਕਦਾ ਹੈ। ਸਾਡੀ ਆਪਣੀ ਕਮਿਊਨਿਟੀ ਨੇ ਬਹੁਤ ਤਰੱਕੀਆਂ ਕੀਤੀਆਂ, ਬਟ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਇਸ ਮੁਲਕ ਦੇ ਵਿੱਚ ਕੁਝ ਇਹੋ ਜਿਹੇ ਡਰਾਬੈਕਸ ਵੀ ਹੈਗੇ, ਕੁਝ ਇਹੋ ਜਿਹੀ ਨਫ਼ਰਤ ਹੈਗੀ ਜਿਹਦੇ ਕਰਕੇ ਕਦੀ ਕਵਾਰ ਸਾਡੀ ਕਮਿਊਨਿਟੀ ਉੱਤੇ ਇੱਕ ਬਹੁਤ ਵੱਡਾ ਟਾਰਗੇਟ ਲੱਗ ਜਾਂਦਾ, ਇੱਕ ਮੋਹਰਾ ਲੱਗ ਜਾਂਦਾ। ਅੱਜ ਅਗਸਤ 5 ਨੂੰ 10 ਸਾਲ ਪਹਿਲੇ ਇੱਕ ਗਨਮੈਨ ਨੇ ਸਾਡੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਗੋਲੀਆਂ ਚਲਾਈਆਂ। ਕਿੰਨੀ ਜਾਨਾਂ ਉਸ ਦਿਨ ਗਈਆਂ, ਇਨੋਸੈਂਟ ਲਾਈਵਸ, ਹੇਟਰੇਡ ਕਰਕੇ, ਇਗਨੋਰੈਂਸ ਕਰਕੇ। ਗਨ ਵਾਇਲੈਂਸ ਨੂੰ ਲੈ ਕੇ ਅਸੀਂ ਲਗਾਤਾਰ ਤੁਹਾਡੇ ਨਾਲ ਵੱਖ-ਵੱਖ ਪ੍ਰੋਗਰਾਮਸ ਪੇਸ਼ ਕਰਦੇ ਰਹਿੰਦੇ ਹਾਂ, ਪੋਲੀਟੀਕਲ ਤੌਰ 'ਤੇ, ਸੋਸ਼ਲ ਤੌਰ 'ਤੇ, ਕਮਿਊਨਿਟੀ ਤੌਰ 'ਤੇ। ਇਸ ਮੁੱਦੇ ਉੱਤੇ ਕੀ ਕੁਝ ਹੋ ਰਿਹਾ, ਕੀ ਕੁਝ ਨਹੀਂ ਹੋ ਰਿਹਾ, ਕੀ ਕੁਝ ਹੋਣਾ ਚਾਹੀਦਾ, ਕਿਉਂ ਇਹ ਇੰਨਾ ਵੱਡਾ ਇੱਕ ਇਹ ਮਸਲਾ ਬਣਿਆ ਹੋਇਆ, ਕਿਉਂ ਸਿਰਫ ਤਾਂ ਸਿਰਫ ਯੂਨਾਈਟਿਡ ਸਟੇਟਸ ਦੇ ਵਿੱਚ ਇਹ ਪ੍ਰੋਬਲਮ ਪਾਈ ਜਾਂਦੀ ਹੈ। ਬਟ ਅੱਜ ਅਸੀਂ ਕਿਸੇ ਵੀ ਉਨ ਚੀਜ਼ਾਂ ਦੀ ਡਿਸਕਸ਼ਨ ਨਹੀਂ ਕਰਨੀ। ਅੱਜ ਅਸੀਂ ਉਨ ਸ਼ਹੀਦਾਂ ਨੂੰ ਯਾਦ ਕਰਨਾ ਹੈ, ਉਸ ਕਮਿਊਨਿਟੀ ਨਾਲ ਜੁੜਨਾ ਹੈ ਜਿਹਦੇ ਵਿੱਚ ਇਹ ਟ੍ਰੈਜੇਡੀ ਹੋਈ। ਅੱਜ ਅਸੀਂ ਯਾਦ ਕਰਦੇ ਹਾਂ ਓਕ ਕ੍ਰੀਕ ਗੁਰਦੁਆਰਾ ਸਾਹਿਬ ਦੇ ਉਨ ਵਿਕਟਮਸ ਨੂੰ, ਉਨ ਪਰਿਵਾਰਾਂ ਨੂੰ, ਉਨ ਸ਼ਹੀਦਾਂ ਨੂੰ ਜਿਨ੍ਹਾਂ ਦੀ ਜਾਨਾਂ 10 ਸਾਲ ਪਹਿਲੇ ਸਾਡੇ ਤੋਂ ਖੋਹ ਲਈਆਂ ਗਈਆਂ ਸੀ। ਓਕ ਕ੍ਰੀਕ ਦੀ ਸੰਗਤਾਂ, ਨੇਸ਼ਨ ਵਾਈਡ ਤੋਂ ਸੰਗਤਾਂ ਅੱਜ ਜੁੜੀਆਂ ਹਨ ਇਸ ਕਮਿਊਨਿਟੀ ਦੇ ਨਾਲ। ਵੱਖ-ਵੱਖ ਪ੍ਰੋਗਰਾਮਸ ਬਾਰੇ ਅਸੀਂ ਜਾਣਕਾਰੀ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ, ਕਿਸ ਤਰ੍ਹਾਂ ਕਮਿਊਨਿਟੀ ਵਿਜਲਸ ਰਾਹੀਂ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਇਸ ਸਾਲਗਿਰਾ ਨੂੰ, ਉਹਨਾਂ ਦੀ ਯਾਦ ਨੂੰ ਮਨਾ ਰਹੀ ਹੈ, ਉਨ ਵਿਕਟਮਸ ਦੀ ਯਾਦ ਨੂੰ। ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਉਨ ਵਿਕਟਮਸ ਨੂੰ ਇੱਕ ਵਾਰੀ ਫਿਰ ਯਾਦ ਕਰਨਾ ਚਾਹੁੰਦੀ ਹਾਂ। ਤੁਸੀਂ ਵੇਖ ਸਕਦੇ ਹੋ ਸਕਰੀਨ 'ਤੇ ਬਾਬਾ ਪੰਜਾਬ ਸਿੰਘ ਜੀ, ਸੀਤਾ ਸਿੰਘ ਜੀ, ਪ੍ਰਕਾਸ਼ ਸਿੰਘ ਜੀ, ਰਣਜੀਤ ਸਿੰਘ ਜੀ, ਪਰਮਜੀਤ ਕੌਰ ਜੀ, ਸੁਵੇਗ ਸਿੰਘ ਖਤਰਾ ਜੀ ਅਤੇ ਅਫਕੋਰਸ ਸਤਵੰਤ ਸਿੰਘ ਕਾਲੇਕਾ ਜੀ, ਫਾਊਂਡਰ ਪ੍ਰੈਜ਼ੀਡੈਂਟ। ਇਹ 7 ਜਾਨਾਂ ਗਈਆਂ ਇਸ ਟ੍ਰੈਜੇਡੀ ਦੇ ਵਿੱਚ। ਅੱਜ ਜਦੋਂ ਅਸੀਂ ਓਕ ਕ੍ਰੀਕ ਦੀ ਕਮਿਊਨਿਟੀ ਬਾਰੇ ਸੋਚਦੇ ਹਾਂ, ਉਹਨਾਂ ਨੂੰ ਆਪਣੀ ਅਰਦਾਸਾਂ ਦੇ ਵਿੱਚ ਰੱਖਦੇ ਹਾਂ, ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕੁਝ ਮੈਂਬਰਸ ਜੁੜ ਰਹੇ ਹੈ ਕਮਿਊਨਿਟੀ ਤੋਂ, ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ। ਸੋ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ। ਪ੍ਰੋਗਰਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਓਕ ਕ੍ਰੀਕ ਵਿਸਕੌਨਸਿਨ ਤੋਂ ਸਾਡੇ ਨਾਲ ਅੱਜ ਸ਼ਾਮ ਦੇ ਗੈਸਟ। ਸਭ ਤੋਂ ਪਹਿਲੇ ਤੁਹਾਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਜੁੜੇ ਹਨ ਅਫਕੋਰਸ ਪ੍ਰਭਜੋਤ ਸਿੰਘ ਜੀ, ਕਮਿਊਨਿਟੀ ਐਕਟਿਵਿਸਟ, ਯੂਥ, ਜੋ ਕਿ ਲੋਕਲੀ ਓਕ ਕ੍ਰੀਕ ਦੇ ਵਿੱਚ ਤੁਸੀਂ ਵੱਖ-ਵੱਖ ਪ੍ਰੋਗਰਾਮਸ ਕਰ ਰਹੇ ਹੋ। ਤੁਹਾਡੇ ਨਾਲ ਮੈਂ ਜ਼ਰੂਰ ਜਾਣਕਾਰੀ ਸੁਣਨਾ ਚਾਹਾਂਗੀ ਕਿ ਕਿਸ ਤਰ੍ਹਾਂ ਇਸ ਟ੍ਰੈਜੇਡੀ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਜੋੜਨ ਲਈ ਅਤੇ ਜੋ ਸਾਡਾ ਚੜ੍ਹਦੀ ਕਲਾ ਦਾ ਅਸੀਂ ਇੱਕ ਹੌਲਮਾਰਕ ਰੱਖਦੇ ਹਾਂ, ਉਹਨੂੰ ਕਿਸ ਤਰ੍ਹਾਂ ਵਧਾ ਰਹੇ ਹੋ। ਬਟ ਆਫ ਕੋਰਸ ਡਾਕਟਰ ਹਰਚਰਨ ਸਿੰਘ ਗਿੱਲ ਜੀ, ਇੱਕ ਵਾਰੀ ਫਿਰ ਤੁਹਾਨੂੰ ਡਾਕਟਰ ਸਾਹਿਬ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਫਾਊਂਡਿੰਗ ਮੈਂਬਰ ਤੁਸੀਂ ਤੇ 5 ਜਾਣਿਆਂ ਨੇ ਰਲ ਕੇ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ, ਇਹਦੀ ਸ਼ੁਰੂਆਤ ਕੀਤੀ ਸੀ
ਪ੍ਰਧਾਨ ਸਾਹਿਬ ਸਤਵੰਤ ਸਿੰਘ ਕਾਲੇਕਾ ਜੀ ਦੇ ਨਾਲ ਰਲ ਕੇ ਤੁਸੀਂ ਇਸ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਕੀਤੀ ਸੀ। ਡਾਕਟਰ ਹਰਚਰਨ ਗਿੱਲ ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਸ਼ੁਰੂ ਕਰਨਾ ਚਾਹਾਂਗੀ। ਅੱਜ ਭਾਵੇਂ ਅਸੀਂ ਦੁਖੀ ਮਹਿਸੂਸ ਕਰ ਰਹੇ ਹਾਂ, ਅਫਸੋਸ ਮਨਾ ਰਹੇ ਹਾਂ, ਬਟ ਅਸੀਂ ਉਹਨਾਂ ਨੂੰ ਯਾਦ ਵੀ ਕਰ ਰਹੇ ਹਾਂ ਜਿਨ੍ਹਾਂ ਦੀ ਜਾਨਾਂ ਗਈਆਂ। ਡਾਕਟਰ ਸਾਹਿਬ, ਥੋੜ੍ਹਾ ਜਿਹਾ ਤੁਸੀਂ ਸਾਨੂੰ ਦੱਸੋ ਕਿ 10 ਸਾਲ ਪਹਿਲੇ ਉਸ ਦਿਨ ਕੀ ਕੁਝ ਵਾਪਰਿਆ, ਕਿੱਦਾਂ ਇਹ ਟ੍ਰੈਜੇਡੀ ਦੀ ਸ਼ੁਰੂਆਤ ਹੋਈ ਐਂਡ ਕਿਸ ਤਰ੍ਹਾਂ ਕਮਿਊਨਿਟੀ ਪਿਛਲੇ 10 ਸਾਲਾਂ ਦੇ ਵਿੱਚ ਇਸ ਚੀਜ਼ ਦਾ ਸਾਹਮਣਾ ਕਰ ਰਹੀ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਦਿਨ 5 ਅਗਸਤ ਅਪਰੋਕਸੀਮੇਟਲੀ 10 ਵਜੇ 10:23 ਤੇ AM ਸ਼ੁਰੂ ਇਹ ਟ੍ਰੈਜਡੀ ਹੋਈ। ਉਹਨੇ ਸਭ ਤੋਂ ਪਹਿਲਾਂ ਸਾਡੇ ਉੱਥੇ 2 ਭਾਈ ਆਪਣੇ ਪਾਠੀ ਕੰਮ ਕਰਦੇ ਸੀ, ਸਰਜੀਤ ਬਾਬਾ ਸੀਤਾ ਸਿੰਘ ਤੇ ਬਾਬਾ ਰਣਜੀਤ ਸਿੰਘ ਉੱਥੇ ਗੁਰਦੁਆਰਾ ਸਾਹਿਬ ਉਹਦੇ ਅਖੰਡ ਪਾਠ ਖੁੱਲ੍ਹੇ ਹੋਏ ਸੀ ਤੇ ਅਰਦਾਸ ਤੋਂ ਬਾਅਦ ਉਹ ਬਾਹਰ ਪਾਰਕਿੰਗ ਲਾਟ 'ਚ ਜਾ ਰਹੇ ਸੀ ਤੇ ਉਹਨਾਂ ਦੇ ਬ੍ਰਦਰ ਉਹਨਾਂ ਦੇ ਨਾਲ ਗਏ ਸੀ ਔਕਣ। ਤੇ ਸਭ ਤੋਂ ਪਹਿਲਾਂ ਵਿਕਟਮ ਸ਼ੂਟਿੰਗ ਦੇ ਉਹ ਬਣੇ ਐਂਡ ਉਹ ਵੱਡੇ ਬ੍ਰਦਰ ਨੂੰ ਪਹਿਲਾਂ ਵੱਡੇ ਬ੍ਰਦਰ ਰਣਜੀਤ ਸਿੰਘ ਦੇ ਲੱਗੀ, ਛੋਟੇ ਬ੍ਰਦਰ ਨੇ ਫਿਰ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਲੱਗੀ। ਬੱਚੇ ਸੀਗੇ ਖੇਡ ਰਹੇ ਬਾਹਰ, ਦੇ ਵਰ ਵੈਰੀ ਸਮਾਰਟ ਕਿਡਸ। ਉਹਨਾਂ ਨੇ ਦੇਖਿਆ ਪਾਰਕਿੰਗ ਲਾਟ 'ਚ ਕੀ ਹੋਇਆ। They ran inside. ਲੰਗਰ 'ਚ ਲੇਡੀਜ਼ ਕੰਮ ਕਰ ਰਹੀਆਂ ਸੀ, ਲੇਡੀਜ਼ ਸੇਵਾ ਕਰ ਰਹੀਆਂ ਸੀ, ਲੰਗਰ ਬਣਾ ਰਹੀਆਂ ਸੀ। ਉਹਨਾਂ ਨੇ, ਕਿਉਂਕਿ ਉਹਨਾਂ ਦੀ ਮਦਰ ਵੀ ਉੱਥੇ ਸੀ, ਉਹਨਾਂ ਨੇ ਭੱਜ ਕੇ ਉਹਨਾਂ ਨੂੰ ਜਾ ਕੇ ਇਨਫੋਰਮੇਸ਼ਨ ਦਿੱਤੀ ਵੀ ਇਹ ਬਾਹਰ ਤਾਂ ਇਹ this is going on. Then lady got aware and they hide into the pantry and ਉਦੋਂ ਬਾਅਦ ਉਹ ਅੰਦਰ ਆਇਆ। ਅੰਦਰ ਆ ਕੇ ਉਹਨੇ eventually killed 6, 4 inside, 2 outside, injured 1 seriously, injured 3 our ladies, minor injuries, and ਬਾਬਾ ਪੰਜਾਬ ਸਿੰਘ ਨੇ ਉਹਨਾਂ ਨਾਲ ਬੜੇ ਸਟਰਗਲ ਕੀਤਾ। ਜਦੋਂ ਅੰਦਰ ਆਏ ਸ਼ੂਟਿੰਗ, ਉਹ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਨਾਂ ਦੇ ਇਵੈਂਚੁਅਲੀ ਸਿਰ 'ਚ ਜ਼ਖਮ ਹੋਏ ਤੇ ਉਹਨਾਂ ਜ਼ਖਮਾਂ ਕਰਕੇ ਉਹ ਜ਼ਖਮੀ ਹੋਏ, ਸੀਰੀਅਸਲੀ ਜ਼ਖਮੀ ਹੋਏ। ਬਾਕੀ ਉਦੋਂ ਬਾਅਦ ਫਿਰ ਪੁਲਿਸ ਬ੍ਰਾਇਨ ਮਰਫੀ ਵਿਦਿਨ 5-6 minutes the police came in our parking lot. And then he saw the police and he went outside. ਬਾਹਰ ਚਲੇ ਗਏ, ਉਹ ਬਾਹਰ ਚਲੇ ਗਿਆ ਜਿਹੜਾ ਸਿਰ ਫਿਰ ਆਇਆ ਸੀ ਆਪਣੇ। ਉਹ ਫਿਰ ਉਹ ਇਨਵੋਲਵ ਹੋਇਆ ਸ਼ੂਟਿੰਗ 'ਚ। ਬ੍ਰਾਇਨ ਮਰਫੀ ਜਿਹੜਾ ਸੀਗਾ ਸ਼ੂਟਰ, ਉਹ ਰਿਟਾਇਰਡ ਆਰਮੀ 'ਚ ਰਹਿ ਕੇ ਰਿਟਾਇਰ ਪਰਸਨ ਸੀਗਾ ਐਂਡ he knows about the gun and everything and shooting and ਉਦੋਂ ਬਾਅਦ ਉਹਨੂੰ ਬ੍ਰਾਇਨ ਮਰਫੀ ਨੂੰ ਐਟਲੀਸਟ 15 ਗੋਲੀਆਂ ਲੱਗੀਆਂ। ਉਹਨੇ ਵੀ, ਬ੍ਰਾਇਨ ਮਰਫੀ ਨੇ ਪਹਿਲਾਂ ਉਹਨੂੰ ਚੈਲੰਜ ਕੀਤਾ, ਉਹਨੂੰ ਕਿਹਾ ਵੀ ਤੂੰ ਡਰਾਪ ਦ ਗਨ। ਉਹਨੇ ਨਹੀਂ ਕੀਤਾ। then the encounter happened and Brian Murphy seriously injured. He ended up going under the car. Then next help came from the Oak Creek police. Sam Linda, the officer, came and he challenged him to drop off the gun in the parking lot. ਉਹਨੇ
ਫਾਲੋ ਨਹੀਂ ਕੀਤਾ ਆਰਡਰ, ਇਵੈਂਚੁਅਲੀ ਇੰਜਰੀ ਹੋਈ ਉਹਨੂੰ, then he eventually committed suicide. ਉਸ ਟਾਈਮ ਗੁਰਦੁਆਰਾ ਸਾਹਿਬ 'ਚ ਆਪਣੇ ਟੋਟਲ ਇਨਕਲੂਡਿੰਗ ਬੱਚੇ, ਪ੍ਰੀਸਟ ਤੇ ਕੰਗਰੀਗੇਸ਼ਨ ਦੇ ਟੋਟਲ 37 ਆਦਮੀ ਸੀ। ਵਾਓ 37 ਚੋਂ ਵੀ ਲਾਸਟ 6 ਉਸ ਦਿਨ। ਇਹ ਡਾਕਟਰ ਸਾਹਿਬ ਪੰਜਾਬ ਸੀਰੀਅਸਲੀ ਇੰਜਰਡ ਜੀ ਐਂਡ ਇਵੈਂਚੁਅਲੀ ਹੀ passed away March 2nd of 2020. ਜੀ ਡਾਕਟਰ ਹਰਚਰਨ ਸਿੰਘ ਜੀ, ਮੈਂ ਕਮਿਊਨਿਟੀ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਇਸ ਹਾਦਸੇ ਤੋਂ ਬਾਅਦ, ਇਹਦੇ ਬਾਰੇ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹੁੰਦੀ ਹਾਂ। ਇੱਕ ਇਤਿਹਾਸਿਕ ਤੌਰ 'ਤੇ ਤੁਸੀਂ ਇਸ ਚੀਜ਼ ਬਾਰੇ ਆਪਣਾ ਵੀ ਐਕਸਪੀਰੀਅੰਸ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਇੱਥੇ ਇੱਕ ਬ੍ਰੇਕ ਲੈਣ ਦਾ ਸਮਾਂ ਆ ਗਿਆ। ਬੇਨਤੀ ਕਰਦੇ ਹਾਂ ਪ੍ਰਭਜੋਤ ਜੀ, ਡਾਕਟਰ ਸਾਹਿਬ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਵਿਊਅਰਸ ਤੁਸੀਂ ਵੀ ਜੁੜੇ ਰਹੋ। ਓਕ ਕ੍ਰੀਕ ਵਿਸਕੌਨਸਿਨ ਗੁਰਦੁਆਰਾ ਸਾਹਿਬ ਮਾਸ ਸ਼ੂਟਿੰਗ ਜੋ ਕਿ 10 ਸਾਲ ਪਹਿਲੇ ਹੋਈ ਸੀ, ਉਹਦੀ ਯਾਦ ਦੇ ਵਿੱਚ ਅੱਜ ਇਹ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਕਨਵਰਸੇਸ਼ਨ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਇੱਕ ਇਹੋ ਜਿਹੀ ਤਾਰੀਖ, ਇੱਕ ਇਹੋ ਜਿਹੀ ਯਾਦ ਲੈ ਕੇ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਕਾਸ਼ ਸਾਨੂੰ ਇਹੋ ਜਿਹਾ ਪ੍ਰੋਗਰਾਮ ਕਦੀ ਵੀ ਨਾ ਤੁਹਾਡੇ ਅੱਗੇ ਪੇਸ਼ ਕਰਨਾ ਪਏ, ਭਾਵੇਂ ਉਹ ਕਿਸੇ ਵੀ ਕਮਿਊਨਿਟੀ ਦੇ ਨਾਲ ਇਹ ਟ੍ਰੈਜੇਡੀ ਹੋਏ, ਭਾਵੇਂ ਸਾਡੇ ਸਿੱਖਾਂ ਦੇ ਨਾਲ, ਬੱਚਿਆਂ ਦੇ ਨਾਲ, ਅਫਰੀਕਨ ਅਮਰੀਕਨਸ ਦੇ ਨਾਲ ਜੋ ਕਿ ਗਰੋਸਰੀ ਸਟੋਰ 'ਤੇ ਗਏ ਹੈ, ਉਨ ਪਰਿਵਾਰਾਂ ਨਾਲ ਜੋ ਕਿ ਇੱਕ ਪਰੇਡ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹੈ, ਜਾਂ ਜਿਸ ਤਰ੍ਹਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਉਨ ਸੰਗਤਾਂ ਦੇ ਨਾਲ ਜੋ ਕਿ ਸਿਰਫ ਗੁਰਦੁਆਰਾ ਸਾਹਿਬ ਪਾਠ ਦਾ ਆਨੰਦ ਲੈਣ ਪਹੁੰਚੇ ਸੀ। ਓਕ ਕ੍ਰੀਕ ਵਿਸਕੌਨਸਿਨ ਇਹ ਟ੍ਰੈਜੇਡੀ ਨੂੰ ਹੋਏ 10 ਸਾਲ ਹੋ ਗਏ ਹੈ, ਬਟ ਕਮਿਊਨਿਟੀ ਇਸ ਤੁਸੀਂ ਕਹਿ ਲਓ ਐਕਸਪੀਰੀਅੰਸ ਨੂੰ ਹਲੇ ਵੀ ਮਹਿਸੂਸ ਕਰ ਰਹੀ ਹੈ। ਕਮਿਊਨਿਟੀ ਦੇ ਨਾਲ ਅੱਜ ਅਸੀਂ ਗੱਲ ਕਰ ਰਹੇ ਹਾਂ। ਸਾਡੇ ਨਾਲ ਜੁੜੇ ਹਨ ਪ੍ਰਭਜੋਤ ਸਿੰਘ ਅਤੇ ਡਾਕਟਰ ਹਰਚਰਨ ਸਿੰਘ ਗਿੱਲ ਜੋ ਕਿ ਫਾਊਂਡਰ ਮੈਂਬਰ ਹਨ। ਡਾਕਟਰ ਸਾਹਿਬ, ਤੁਸੀਂ ਬ੍ਰੇਕ ਤੋਂ ਪਹਿਲੇ ਸਾਨੂੰ ਇੱਕ ਥੋੜ੍ਹਾ ਜਿਹਾ ਰੀਕੈਪ ਜਦ ਤੱਕ ਕਿ ਕਿਸ ਤਰ੍ਹਾਂ ਇਹ ਸ਼ੂਟਿੰਗ ਹੋਈ, ਕਿਸ ਤਰ੍ਹਾਂ ਉਹ ਸ਼ੂਟਰ ਨੂੰ ਬੱਚਿਆਂ ਨੇ ਵੇਖਿਆ ਪਾਰਕਿੰਗ ਲਾਟ ਦੇ ਵਿੱਚ, ਕਿਸ ਤਰ੍ਹਾਂ ਉਹ ਜਾਨਾਂ ਗਈਆਂ। ਡਾਕਟਰ ਸਾਹਿਬ, ਜਦੋਂ ਇਹ ਸ਼ੂਟਿੰਗ ਖਤਮ ਹੋ ਗਈ ਸੀ, ਸ਼ੂਟਰ ਨੇ ਆਪਣੇ ਆਪ ਨੂੰ ਮਾਰ ਲਿਆ, ਲਾਅ ਇਨਫੋਰਸਮੈਂਟ ਆ ਗਈ, ਉਨ ਦਿਨਾਂ ਦੇ ਵਿੱਚ ਇਮੀਡੀਏਟਲੀ ਆਫਟਰ ਅਗਲੇ 2-3 ਦਿਨਾਂ, ਹਫ਼ਤਿਆਂ, ਮਹੀਨਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਓਕ ਕ੍ਰੀਕ ਦੇ ਵਿੱਚ, ਸੰਗਤਾਂ ਦੇ ਵਿੱਚ? ਉਹਦੇ ਬਾਰੇ ਪਲੀਜ਼ ਸਾਨੂੰ ਥੋੜ੍ਹਾ ਦੱਸੋ। ਉਹਦੇ 'ਚ ਮੈਂ ਸਭ ਤੋਂ ਵੱਡੀ ਪ੍ਰਸ਼ੰਸਾ ਕਰੂੰਗਾ ਯੂਥ ਗਰੁੱਪ ਦੀ। ਯੂਥ ਗਰੁੱਪ, ਕਿਉਂਕਿ ਜਿਹੜੇ everybody was kind of shocked, they were in disbelief that ਵੀ ਸਾਡੇ ਨਾਲ ਜਿੱਥੇ ਅਸੀਂ ਕੌਮ ਦਾ ਤੇ ਸਭ ਦਾ ਭਲਾ ਮੰਗਦੇ ਹਾਂ, ਉੱਥੇ ਅਰਦਾਸਾਂ ਹੁੰਦੀਆਂ ਨੇ, ਉਸ ਜਗ੍ਹਾ ਤੇ ਆ ਕੇ ਕਿਸੇ ਬੰਦੇ ਨੇ ਮਤਲਬ ਸਾਡੀ ਤਾਂ ਸ਼ਾਂਤੀ ਭੰਗ ਹੀ ਕੀਤੀ। ਬਾਕੀ ਮਤਲਬ ਹੋਲ ਨੇਸ਼ਨ ਵਾਸ ਕਾਈਂਡ ਆਫ ਇਨ ਸ਼ਾਕ ਦੈਟ ਵਾਟ ਦਿਸ ਹੈਪਨ। ਪਰ ਸਾਡਾ ਜਿਹੜਾ ਯੂਥ ਗਰੁੱਪ ਸੀ, ਉਹਨਾਂ ਨੇ ਸਾਨੂੰ, ਬੱਚਿਆਂ ਨੇ ਸਾਨੂੰ, ਕਿਉਂਕਿ ਲੇਡੀਜ਼, ਬਜ਼ੁਰਗ, ਈਵਨ ਅਸੀਂ ਅਡਲਟ ਸੀ, ਸਾਨੂੰ ਵੀ, ਅਸੀਂ ਵੀ ਵਰ ਇਨ ਲਾਟ ਆਫ ਸ਼ਾਕ। ਯੂਥ ਗਰੁੱਪ ਨੇ ਬੜਾ ਸਹਾਰਾ ਦਿੱਤਾ। ਬਾਕੀ ਲੋਕਲ, ਓਕ ਕ੍ਰੀਕ, state, federal, all rest of the community, they came with open hand with a lot of help. And that's ਉਹ ਚੀਜ਼ ਨੇ ਸਾਨੂੰ ਥੋੜਾ ਹੌਸਲਾ ਦਿੱਤਾ। ਫਿਰ ਅਸੀਂ ਉੱਠੇ, ਜ਼ਖਮ ਜਿਹੜਾ ਕ੍ਰੀਏਟ ਹੋਇਆ ਉਹ ਬੜਾ ਡੂੰਘਾ ਸੀ ਜੀ, ਤੇ ਉਸ ਨੂੰ ਕਰਨਾ ਉਦੋਂ ਹੀ ਸ਼ੁਰੂ ਕਰਤਾ ਸੀ ਤੇ ਕੋਸ਼ਿਸ਼ ਜਾਰੀ ਹੈ ਹੁਣ ਵੀ। ਤੇ
ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਕਮਿਊਨਿਟੀ ਨੂੰ ਮਿਲ ਕੇ, ਜੇ ਮਿਲ ਕੇ ਕਿਸੇ ਚੀਜ਼ ਨੂੰ ਅਸੀਂ ਹੈਂਡਲ ਕਰਦੇ ਹਾਂ। ਸੌਰੀ ਆਪਣੇ ਨਹੀਂ ਨੋ ਆਈ ਕੋਈ ਗਾਟ ਗੱਲ ਨਹੀਂ ਇਮੋਸ਼ਨਲ ਜੀ। ਫਿਰ ਆਪਾਂ ਵੱਡੀਆਂ ਵੱਡੀਆਂ ਜਿਹੜੀਆਂ ਉਲਝਣਾਂ ਨੇ ਉਹਨਾਂ ਨੂੰ ਸੁਲਝਾ ਸਕਦੇ ਹਾਂ, ਉਹਨਾਂ ਨੂੰ ਪਾਰ ਕਰ ਸਕਦੇ ਹਾਂ। ਆਪਣੀ ਤਾਂ ਕੌਮ ਦੀ ਹਿਸਟਰੀ ਬੜੀ ਹੀ ਇਤੋਂ ਵੀ ਮਾੜੇ ਭਾਣੇ ਵਰਤੇ ਨੇ ਜੀ, ਉਹਨਾਂ ਨੂੰ ਹੈਂਡਲ ਕੀਤਾ ਹੈ। ਇਹ ਵੀ ਹੈਂਡਲ ਕਰ ਲਾਂਗੇ, ਪਰ ਜੇ ਇਕੱਠੇ ਹੋ ਕੇ ਹੈਂਡਲ ਕਰੀਏ ਤਾਂ ਉਹ ਜੀ। ਹੋਰ ਵੀ ਵਧੀਆ ਹੈ। ਜੀ ਇਕੱਠੇ ਹੋ ਕੇ ਕੀਤਾ ਹੈ ਤੇ ਕੋਸ਼ਿਸ਼ ਇਹੀ ਹੈ ਵੀ ਇਕੱਠੇ ਹੋ ਕੇ ਕਰੀਏ। ਜੀ ਡਾਕਟਰ ਸਾਹਿਬ ਤੁਸੀਂ ਇਮੋਸ਼ਨਲ ਹੋ ਰਹੇ ਹੋ, ਅਸੀਂ ਵੀ ਮਹਿਸੂਸ ਕਰ ਰਹੇ ਹਾਂ ਤੁਹਾਡੇ ਸੈਂਟੀਮੈਂਟਸ। ਯੂਥ ਦਾ ਤੁਸੀਂ ਜ਼ਿਕਰ ਕੀਤਾ ਹੈ। ਪ੍ਰਭਜੋਤ, ਮੈਂ ਜ਼ਰੂਰ ਤੁਹਾਡੇ ਤੋਂ ਕੁਝ ਵਿਚਾਰ ਇੱਥੇ ਸੁਣਨਾ ਚਾਹਾਂਗੀ। ਯੂਥ ਜਦੋਂ ਬਜ਼ੁਰਗਾਂ ਦੇ ਨਾਲ ਜੁੜ ਕੇ ਇਕਜੁੱਟ ਹੋ ਕੇ ਅਸੀਂ ਅੱਗੇ ਵਧਦੇ ਹਾਂ, ਉਹਨਾਂ ਦਾ ਸਹਾਰਾ ਨਹੀਂ, ਉਹਨਾਂ ਦੀ ਸਟਰੈਂਥ ਬਣ ਜਾਂਦਾ ਹੈ। ਇਸ ਹਾਦਸੇ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਵੇਖਿਆ, ਤੁਸੀਂ ਆਪ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਕੀਤੀਆਂ ਜਿਹਦੇ ਨਾਲ ਇਸ ਕਮਿਊਨਿਟੀ, ਖਾਸ ਕਰਕੇ ਸਾਡੇ ਬਜ਼ੁਰਗ ਸਾਰਿਆਂ ਨੂੰ ਜਿਨ੍ਹਾਂ ਨੂੰ ਸਦਮਾ ਪਹੁੰਚਿਆ ਸੀ ਇਸ ਹਾਦਸੇ ਤੋਂ, ਉਹਨਾਂ ਨੂੰ ਅਪਲਿਫਟ ਕਰਨ ਲਈ ਕੀ ਕੁਝ ਯੂਥ ਵੱਲੋਂ ਤੁਸੀਂ ਸਾਨੂੰ ਦੱਸ ਸਕਦੇ ਹੋ? ਬਿਲਕੁਲ। ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਸ ਪੰਜਾਬੀ ਦੇ ਦਰਸ਼ਕਾਂ ਨੂੰ ਓਕ ਕ੍ਰੀਕ ਦੀ ਸੰਗਤ ਵੱਲੋਂ ਸਤਿ ਸ਼੍ਰੀ ਅਕਾਲ। ਬਹੁਤ ਹੀ ਵਧੀਆ ਕੁਐਸਚਨ ਜਿਹੜਾ ਤੁਸੀਂ ਸਵਾਲ ਕੀਤਾ ਹੈ। ਆਈ ਥਿੰਕ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ, ਉਸ ਟਾਈਮ ਕਮਿਊਨਿਟੀ ਸ਼ੌਕ ਵਿੱਚ ਸੀਗੀ। ਜਿਹੜੇ ਗੁਰਦੁਆਰੇ 'ਚ ਅਸੀਂ ਹਰ ਸੰਡੇ ਜਾਂਦੇ ਸੀਗੇ, ਉੱਥੇ ਐਵੇਂ ਹੈਪਨ ਹੋਇਆ। ਔਰ ਉਹ ਟਾਈਮਿੰਗ ਇੱਦਾਂ ਸੀਗੀ ਕਿ ਆਈ ਥਿੰਕ ਜੇ 1 ਘੰਟਾ ਹੋਰ ਬਾਅਦ ਹੁੰਦਾ, ਸ਼ਾਇਦ ਮੇਬੀ ਅਸੀਂ ਹੋਰ ਜਾਣਾ ਗਵਾ ਦਿੰਦੇ, ਕਿਉਂਕਿ ਅਜੇ ਸੰਗਤ ਜਾ ਰਹੀ ਸੀ। ਨੋਰਮਲੀ ਅਮਰੀਕਾ, ਕੈਨੇਡਾ 'ਚ ਸੰਗਤਾਂ ਜਿਹੜੀਆਂ ਹੈਗੀਆਂ 10:30 11 ਵਜੇ ਤੋਂ ਬਾਅਦ ਜਾਣਾ ਸ਼ੁਰੂ ਕਰਦੀਆਂ, ਕਿਉਂਕਿ ਤਾਂ ਕਿ ਸਮਾਪਤੀ ਤੱਕ 1 ਵਜੇ ਤੱਕ ਉੱਥੇ ਰਹਿਣ। ਤੇ ਅਜੇ ਜਿਹੜੀ ਸੰਗਤ ਗਈ ਸੀ, ਇਹ ਰੀਅਲ ਸੰਗਤ ਸੀਗੀ। ਜਿਹੜੇ ਸੇਵਾਦਾਰ ਸੀਗੇ ਸਾਡੇ, ਇਹ ਸੇਵਾ ਕਰਦੇ ਸੀਗੇ ਜਾ ਕੇ, ਤੇ ਬੀਬੀਆਂ ਲੰਗਰ ਵਿੱਚ ਸੀਗੀਆਂ, ਜਿਹੜੇ ਬੱਚੇ ਸੀਗੇ ਉੱਥੇ ਹੈਲਪ ਕਰਨ ਆਏ ਸੀਗੇ, ਜਿਹੜੇ ਬਜ਼ੁਰਗ ਸੀਗੇ ਉੱਥੇ ਸੇਵਾ ਕਰਨ ਆਏ ਸੀਗੇ। ਕੀਰਤਨ ਸ਼ੁਰੂ ਹੋਣ ਵਾਲਾ ਸੀਗਾ। ਇਹ ਜਿਹੜੇ ਅਸੀਂ ਬੰਦੇ ਲੂਜ਼ ਕੀਤੇ, ਬੜੇ ਹੀ ਇੰਪੋਰਟੈਂਟ ਪੀਪਲ ਸੀਗੇ ਸਾਡੀ ਸਿੱਖ ਕਮਿਊਨਿਟੀ ਲੋਕਲ ਵਿੱਚ। ਤੇ ਉਹ ਸ਼ੌਕ ਜਿਹੜਾ ਸੀਗਾ ਕਿ ਕਈ ਫੈਮਲੀਜ਼ ਬਾਅਦ 'ਚੋਂ ਸੋਚ ਰਹੀਆਂ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ ਅੱਗੇ ਤੋਂ, ਇਹ ਵਾਲੇ ਸਾਡੇ ਬੱਚੇ ਜਾ ਸਕਦੇ ਆ, ਕਿ ਅਸੀਂ ਸੇਫ ਹੈਗੇ ਆ। ਮਤਲਬ ਇੰਨਾ ਵੱਡਾ ਇੰਸੀਡੈਂਟ ਹੋਣ ਤੋਂ ਬਾਅਦ ਇੱਕ ਡਰ ਵੀ ਸੀਗਾ। ਲੇਕਿਨ ਆਈ ਥਿੰਕ ਸਾਡੀ ਕਮਿਊਨਿਟੀ ਨੇ ਬਹੁਤ ਹੀ ਵਧੀਆ ਇੱਕ ਦੂਜੇ ਨੂੰ ਸਪੋਰਟ ਕੀਤਾ। ਲੋਕਲ ਕਮਿਊਨਿਟੀ, ਐਜ਼ ਡਾਕਟਰ ਸਾਹਿਬ ਸੈਡ, ਕਿ ਜਿੰਨੇ ਵੀ ਲੋਕਲ ਕਮਿਊਨਿਟੀ ਦੇ ਬੰਦੇ ਸੀਗੇ ਉਹ ਸਾਡੇ ਨਾਲ ਮਿਲ ਕੇ, ਈਵਨ ਕਿ ਸਾਨੂੰ ਗੋਰਿਆਂ ਨੇ ਹੋਰ ਅਦਰ ਕਮਿਊਨਿਟੀ ਦੇ ਲੋਕਾਂ ਨੇ ਬਹੁਤ ਸਪੋਰਟ ਕੀਤਾ। ਮੈਨੂੰ ਯਾਦ ਹੈ, ਮੈਂ ਕੰਮ ਤੇ ਜਾਂਦਾ ਸੀਗਾ ਤੇ ਹਰ ਬੰਦਾ ਜਿਹੜਾ ਮਿਲਦਾ ਸੀਗਾ ਉਹ ਨਾਂ ਤੋਂ ਹੀ ਦੱਸ ਦਿੰਦਾ ਸੀ, ਉਹ ਤੁਹਾਡਾ ਨਾਮ ਲਾਸਟ ਨੇਮ ਸਿੰਘ, ਆਰ ਯੂ ਰਿਲੇਟਡ ਟੂ ਓਕ ਕ੍ਰੀਕ ਸਿੱਖ ਟੈਂਪਲ? ਹਾਂਜੀ ਬਿਲਕੁਲ। ਤੇ ਉਹ ਇੰਨੀ ਜ਼ਿਆਦਾ ਸਿੰਪਥੀ ਸ਼ੋ ਕਰਦੇ ਸੀਗੇ ਤੇ ਉਹ ਰੀਅਲ ਵਿੱਚ ਸਾਡੀ ਸਪੋਰਟ ਕਰਨਾ ਚਾਹੁੰਦੇ ਸੀਗੇ। ਵੀ ਸੌ ਦੈਟ ਦੈਟ ਵਾਜ਼ ਹਿਊਜ। ਤੇ ਸਾਨੂੰ ਲੱਗਿਆ ਕਿ ਨਹੀਂ, ਸਾਨੂੰ ਹੁਣ ਇੱਥੋਂ ਸਟਰੋਂਗ ਹੋਣਾ ਪਏਗਾ, ਔਰ ਬਹੁਤ ਕੰਮ ਕਰਨ ਦੀ ਲੋੜ ਹੈ। ਹੁਣ ਸਾਨੂੰ ਹੋਰ ਜਾਗਣਾ ਪਏਗਾ, ਜਿਹਦੇ ਤਾਂ ਕਿ ਆਪਾਂ ਅਵੇਅਰਨੈਸ ਫੈਲਾ ਸਕੀਏ ਕਿ ਅਸੀਂ ਕੌਣ ਹੈਗੇ ਹਾਂ। ਇਹ ਵਾਜ਼ ਅ ਮਿਸ ਅੰਡਰਸਟੈਂਡਿੰਗ। ਉਹ ਬੰਦਾ ਸਾਨੂੰ ਕਿਉਂ ਮਾਰ ਕੇ ਗਿਆ, ਸਾਡੇ ਬੰਦਿਆਂ ਨੂੰ ਕਿਉਂ ਉਹਨੇ ਮਾਰਿਆ, ਇਹ ਬਹੁਤ ਵੱਡੀ ਮਿਸ ਅੰਡਰਸਟੈਂਡਿੰਗ ਸੀ। ਇੱਕ ਇਗਨੋਰੈਂਸ ਸੀਗੀ, ਕਿਉਂਕਿ ਉਸ ਬੰਦੇ ਨੂੰ ਉਸ ਚੀਜ਼ ਬਾਰੇ ਨਹੀਂ ਪਤਾ ਸੀਗਾ। ਤੇ ਆਈ ਥਿੰਕ ਐਜ਼ ਏ ਯੂਥ ਸਾਡਾ ਇੱਕ ਫਰਜ਼ ਬਣਿਆ ਕਿ ਹੁਣ ਸਾਨੂੰ ਕਮਿਊਨਿਟੀ ਦੇ ਵਿੱਚ ਕੁਝ ਇੱਦਾਂ ਦੀ ਐਕਟੀਵਿਟੀਜ਼ ਕਰਨੀ ਚਾਹੀਦੀਆਂ ਜਿਹਦੇ ਕਰਕੇ ਪਤਾ ਲੱਗੇ ਕਿ ਇਹ ਮਾਈਨੋਰਿਟੀ, ਇਹ ਕਮਿਊਨਿਟੀ, ਇਹ ਕੌਣ ਹੈਗੇ, ਇਹ ਸਿੱਖ ਕੌਣ ਹੈਗੇ, ਇਹ ਪੱਗ ਕਿਉਂ ਬੰਨਦੇ ਹੈ, ਦਾੜੀ ਕਿਉਂ ਰੱਖਦੇ ਹੈ, ਇਹ ਗੁਰਦੁਆਰਾ ਕੀ ਹੈਗਾ। ਤੇ ਇਹਦੇ ਕਰਕੇ ਅਸੀਂ ਸਲੋਲੀ ਐਂਡ ਸਟੱਡੀ ਐਕਟੀਵਿਟੀ ਸਟਾਰਟ ਕੀਤੀਆਂ ਲੋਕਲੀ ਵਿਦ ਦੀ ਹੈਲਪ ਆਫ ਸਿੱਖ ਟੈਂਪਲ ਆਫ ਵਿਸਕਾਂਸਨ ਓਕ ਕ੍ਰੀਕ। ਆਪਾਂ ਛੋਟੇ ਛੋਟੇ ਜਿਹੇ ਕੰਮ ਕਰਨੇ ਸ਼ੁਰੂ ਕੀਤੇ, ਜਿਵੇਂ ਕਿ ਸਕੂਲਾਂ ਦੇ ਵਿੱਚ, ਕਾਲਜ ਦੇ ਵਿੱਚ, whenever we got chance we went there and educated people about Sikhism। ਜਦ ਵੀ ਸਾਡੇ ਇੱਥੇ ਕੋਈ ਲੋਕਲ ਇਵੈਂਟ ਹੁੰਦੀ ਸੀਗੀ ਤੇ ਅਸੀਂ ਉਹਦੇ ਵਿੱਚ ਟਰਾਈ ਕੀਤਾ ਪਾਰਟਿਸਿਪੇਟ ਕਰਨ ਲਈ। ਜਿਵੇਂ ਕਿ ਓਕ ਕ੍ਰੀਕ ਦੇ ਵਿੱਚ ਇੱਕ ਐਨੂਅਲ ਫੈਸਟੀਵਲ ਹੁੰਦਾ ਸੀਗਾ, ਉਹਦੇ ਵਿੱਚ ਅਸੀਂ ਸਿੱਖੀਜ਼ਮ ਬਾਰੇ ਉਹਨਾਂ ਨੂੰ ਅਵੇਅਰ ਕੀਤਾ।
ਬਾਈ ਡੂਇੰਗ ਇਟ ਟਰਬਨਟਾਈਨ। ਸੋ ਅਸੀਂ ਈਵਨ ਗੋਰਿਆਂ ਨੂੰ ਪੱਗਾਂ ਬੰਨੀਆਂ, ਈਵਨ ਹੋਰ ਕਮਿਊਨਿਟੀ ਦੇ ਬੰਦੇ ਸੀ ਜਿਹੜੇ ਉੱਥੇ ਆਏ ਉਹਨਾਂ ਨੂੰ ਪੱਗਾਂ ਬੰਨੀਆਂ, ਉਹਨਾਂ ਨੇ ਫੋਟੋਆਂ ਖਿਚਵਾਈਆਂ, ਉਹਨਾਂ ਨੇ ਬਹੁਤ ਵਧੀਆ ਲਾਈਕ ਕੀਤਾ। ਤੇ ਇਹ ਛੋਟੀ ਛੋਟੀ ਚੀਜ਼ਾਂ ਕਰਨ ਕਰਕੇ ਅਸੀਂ ਜਿਹੜਾ ਹੈ ਸਾਨੂੰ ਅਵੇਅਰਨੈਸ ਫੈਲਾਉਣੀ ਸ਼ੁਰੂ ਕੀਤੀ। ਉਸ ਤੋਂ ਬਾਅਦ ਅਸੀਂ ਇੱਕ ਛੋਟੀ ਜਿਹੀ ਫਾਊਂਡੇਸ਼ਨ ਬਣਾਈ ਯੂਥਸ ਨੇ ਮਿਲ ਕੇ, ਸੇਵਾ ਫਾਊਂਡੇਸ਼ਨ ਦੇ ਨਾਂ ਤੋਂ ਇੱਕ ਸਾਡੀ ਛੋਟੀ ਫਾਊਂਡੇਸ਼ਨ ਹੈ ਮਿਲਵਾਕੀ ਦੇ ਵਿੱਚ, ਜਿਹਦੇ 'ਚ ਅਸੀਂ 3 ਗੁੱਡ ਫਰੈਂਡ ਸੀਗੇ ਤੇ ਅਸੀਂ ਕਿਹਾ ਜਦ ਸਾਡੇ ਕੋਲ ਥੋੜ੍ਹਾ ਟਾਈਮ ਹੋਏ, ਦਿਸ ਇਜ਼ ਆਰ ਰਿਸਪੋਂਸਿਬਿਲਿਟੀ ਟੂਵਰਡਸ ਆਰ ਕਮਿਊਨਿਟੀ ਕਿ ਆਪਾਂ ਅੱਗੇ ਆ ਕੇ ਕੁਝ ਜਿੱਥੇ ਵੀ ਹੋ ਸਕਦਾ ਆਪਾਂ ਜਿਹੜਾ ਕੋਈ ਹੈਲਪ ਸਪੋਰਟ ਕਰੀਏ ਤਾਂ ਕਿ ਦੇ ਪਰ ਸਿੱਖੀਜ਼ਮ ਬਾਰੇ ਪੜ੍ਹ ਕੇ। ਤਾਂ ਛੋਟੇ ਛੋਟੇ ਕੰਮ ਜਿੱਦਾਂ ਕਿ ਕ੍ਰਿਸਮਸ ਤੇ ਅਸੀਂ ਟੋਇਜ਼ ਬੱਚਿਆਂ ਨੂੰ ਗਿਫਟ ਦਿੱਤੇ, ਅਦਰ ਕਮਿਊਨਿਟੀਜ਼ ਵਿੱਚ ਜਾ ਕੇ, ਚਰਚਿਸ ਵਿੱਚ ਜਾ ਕੇ। ਕੋਈ ਹੋਮਲੈਸ ਸੀਗਾ, ਉਹਨਾਂ ਨੂੰ ਆਪਾਂ ਲੰਗਰ ਫੀਡ ਕੀਤਾ ਬਾਹਰ ਜਾ ਕੇ ਡਾਊਨਟਾਊਨ ਮਿਲਵਾਕੀ ਦੇ ਵਿੱਚ, ਜਿੱਥੇ ਕਿ ਠੰਡ ਵਿੱਚ ਬੰਦੇ ਜਿਨ੍ਹਾਂ ਕੋਲ ਸਿਰਫ ਇੱਕ ਬਿਸਤਰਾ ਹੀ ਸੀਗਾ ਸੌਣ ਨੂੰ, ਕਈ ਵਾਰੀ ਖਾਣ ਨੂੰ ਨਹੀਂ ਮਿਲਦਾ ਸੀ, ਅਸੀਂ ਉਹਨਾਂ ਉੱਥੇ ਜਾ ਕੇ ਦਿੱਤਾ ਤੇ ਉਹਨਾਂ ਨੇ ਦੇਖਿਆ ਕਿ ਇਹ ਬੰਦੇ ਕੌਣ ਹੈ। ਸੋ ਵਿਦਿਨ ਦੋਜ਼ 10 years ਆਈ ਥਿੰਕ ਓਕ ਕ੍ਰੀਕ ਕਮਿਊਨਿਟੀ ਨੇ ਮਿਲ ਕੇ ਸਿੱਖ ਕਮਿਊਨਿਟੀ ਨਾਲ ਬਹੁਤ ਸਾਰੇ ਇੱਦਾਂ ਦੇ ਕੰਮ ਕੀਤੇ ਜਿਹਦੇ ਕਰਕੇ ਕਾਫੀ ਅਵੇਅਰਨੈਸ ਇਸ ਕਮਿਊਨਿਟੀ ਦੇ ਵਿੱਚ ਹੋਈ। ਔਰ ਸਿੱਖ ਕਮਿਊਨਿਟੀ ਜਿਹੜੀ ਹੈ ਹੁਣ ਇਸ ਟਾਈਮ ਇਸੇ ਕਰਕੇ ਬਹੁਤ ਚੜ੍ਹਦੀ ਕਲਾ 'ਚ ਹੈਗੀ ਹੈ। ਜੀ ਪ੍ਰਭਜੋਤ, ਤੁਸੀਂ ਚੜ੍ਹਦੀ ਕਲਾ ਦਾ ਇੱਕ ਵਾਰੀ ਫਿਰ ਇੱਥੇ ਜ਼ਿਕਰ ਕੀਤਾ। ਇਸ ਵੀਕਐਂਡ ਵੀ ਅੱਜ ਵੀ ਭਾਵੇਂ ਉਹ ਅੱਜ ਦਾ ਵਿਜਲ ਹੋਵੇ ਜਾਂ ਹੋਰ ਜੋ ਵੱਖ-ਵੱਖ ਪ੍ਰੋਗਰਾਮਸ ਇਸ ਵੀਕਐਂਡ ਲਈ ਰੱਖੇ ਗਏ ਹਨ ਵੱਖ-ਵੱਖ ਸੰਸਥਾਵਾਂ ਵੱਲੋਂ, ਤੁਹਾਡੀ ਸੰਸਥਾ ਸੇਵਾ ਵੱਲੋਂ ਜਾਂ ਜਿਨ੍ਹਾਂ ਹੋਰਾਂ ਦੇ ਨਾਲ ਅਸੀਂ ਗੱਲ ਕਰ ਚੁੱਕੇ ਹਾਂ, ਸਿੱਖ ਕੋਲੀਸ਼ਨ, ਸੈਲਡੈਫ ਵਰਗੀ ਐਕਟਿਵਿਸਟ ਗਰੁੱਪਸ, ਇਹਨਾਂ ਦੇ ਬਾਰੇ ਮੈਂ ਥੋੜ੍ਹੀ ਜਿਹੀ ਹੋਰ ਗੱਲ ਤੁਹਾਡੇ ਦੋਨਾਂ ਨਾਲ ਕਰਨਾ ਚਾਹੁੰਦੀ ਹਾਂ ਕਿ ਲੋਕਲ ਕਮਿਊਨਿਟੀ ਕਿਸ ਤਰ੍ਹਾਂ ਇਸ ਹਾਦਸੇ ਤੋਂ ਅੱਗੇ ਵਧ ਰਹੀ ਹੈ ਅਤੇ ਹਾਲੇ ਕਿੱਥੇ ਇੰਪਰੂਵਮੈਂਟ ਦੀ ਲੋੜ ਹੈ ਸਾਡੇ ਸਾਰਿਆਂ ਤੋਂ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਪਲੀਜ਼ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਵਿਊਅਰਸ, ਤੁਸੀਂ ਵੀ ਜੁੜੇ ਰਹੋ ਅੱਜ ਦੇ ਵਿਜਲ ਨੂੰ ਲੈ ਕੇ ਅਤੇ ਕੱਲ੍ਹ ਔਰ ਪਰਸੋਂ ਦੇ ਪ੍ਰੋਗਰਾਮਸ ਨੂੰ ਲੈ ਕੇ। ਓਕ ਕ੍ਰੀਕ ਦੇ ਵਿੱਚ ਕਿਸ ਤਰ੍ਹਾਂ ਕਮਿਊਨਿਟੀ ਇਸ 10 ਸਾਲ ਪੂਰੇ ਹੋਣ ਤੇ ਇਕੱਠੀ ਹੋ ਰਹੀ ਹੈ, ਉਹਦੇ ਬਾਰੇ ਜਾਣਕਾਰੀ ਬ੍ਰੇਕ ਤੋਂ ਉਸ ਬਾਅਦ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਭਾਵੇਂ ਅੱਜ ਅਸੀਂ ਉਸ ਹਾਦਸੇ ਦੀ ਗੱਲ ਕਰ ਰਹੇ ਹਾਂ ਜਿਹਨੇ 10 ਸਾਲ ਪਹਿਲੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮਾਸ ਸ਼ੂਟਿੰਗ ਨੂੰ ਵੇਖਿਆ, ਜਾਂ ਉਸ ਹਾਦਸੇ ਤੋਂ ਬਾਅਦ ਕਿਸ ਤਰ੍ਹਾਂ ਕਮਿਊਨਿਟੀ ਇਕਜੁੱਟ ਹੋ ਕੇ, ਭਾਵੇਂ ਉਹ ਵਿਸਕੌਨਸਿਨ ਵਰਗੇ ਸਟੇਟ ਦੇ ਵਿੱਚ ਓਕ ਕ੍ਰੀਕ ਦੇ ਛੋਟੇ ਜਿਹੇ ਇੱਕ ਸ਼ਹਿਰ ਦੇ ਵਿੱਚ ਹੋਏ, ਇਕਜੁੱਟ ਹੋ ਕੇ ਸਿੱਖੀ ਦਾ ਨਾਂ ਵਧਾ ਰਹੀ ਹੈ, ਸਿੱਖੀ ਦੀ ਪਹਿਚਾਣ ਲੋਕਾਂ ਤੱਕ ਪਹੁੰਚਾ ਰਹੀ ਹੈ, ਉਹਦੀ ਗੱਲ ਹੋਵੇ। ਸਾਡੇ ਨਾਲ ਅੱਜ ਓਕ ਕ੍ਰੀਕ ਤੋਂ ਜੁੜ ਰਹੇ 2 ਸੰਗਤਾਂ, ਕਮਿਊਨਿਟੀ ਮੈਂਬਰਸ। ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਡਾਕਟਰ ਹਰਚਰਨ ਸਿੰਘ ਗਿੱਲ ਜੀ, ਪ੍ਰਭਜੋਤ ਸਿੰਘ। ਡਾਕਟਰ ਸਾਹਿਬ, ਤੁਸੀਂ ਸਿੱਖ ਟੈਂਪਲ ਆਫ ਵਿਸਕੌਨਸਿਨ ਫਾਊਂਡਰ ਮੈਂਬਰ ਦੇ ਵਿੱਚੋਂ ਗਿਣੇ ਜਾਂਦੇ ਹੋ। ਤੁਹਾਡੇ ਇਮੋਸ਼ਨਸ ਵੇਖ ਕੇ ਹਲੇ ਵੀ ਸਾਨੂੰ ਉਹ ਦਰਦ ਮਹਿਸੂਸ ਹੋ ਰਿਹਾ ਹੈ, ਉਹ ਜ਼ਖਮ ਦੇ ਬਾਰੇ ਥੋੜ੍ਹਾ ਜਿਹਾ ਪਤਾ ਲੱਗ ਰਿਹਾ ਹੈ ਜੋ ਪੂਰੀ ਕਮਿਊਨਿਟੀ ਮਹਿਸੂਸ ਕਰ ਰਹੀ ਹੋਣੀ ਹੈ, ਤੁਸੀਂ ਹਲੇ ਵੀ ਮਹਿਸੂਸ ਕਰ ਰਹੇ ਹੋ, ਡੂੰਘਾ ਜ਼ਖਮ। ਬਟ ਪ੍ਰਭਜੋਤ, ਤੁਹਾਡੀ ਕੁਛ ਗੱਲਾਂ ਸੁਣ ਕੇ ਸਾਡਾ ਹੌਸਲਾ ਵੀ ਹੋਰ ਬੁਲੰਦ ਹੁੰਦਾ ਹੈ ਕਿ ਅਸੀਂ ਤਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਸਿੱਖ ਹਨ, ਕਿ ਇਹੋ ਜਿਹੀ ਟ੍ਰੈਜਡੀਜ਼ ਅਨਫੋਰਚੂਨੇਟਲੀ ਸਾਡੀ ਕੌਮ ਦੇ ਨਾਲ ਹੁੰਦੀਆਂ ਰਹਿੰਦੀਆਂ ਅਤੇ ਅਸੀਂ ਕਿਸ ਤਰ੍ਹਾਂ ਅੱਗੇ ਵਧ ਸਕਦੇ ਹਾਂ। ਪ੍ਰਭਜੋਤ, ਇਸ ਵੀਕਐਂਡ ਵੀ ਤੁਸੀਂ ਕੁਛ ਇਹੋ ਜਿਹੇ ਚੀਜ਼ਾਂ ਨੂੰ ਔਰਗਨਾਈਜ਼ ਕੀਤਾ ਹੈ ਜਿਹਦੇ ਨਾਲ ਇੱਕ ਪੋਜ਼ਿਟਿਵ ਇੰਪੈਕਟ ਕਮਿਊਨਿਟੀ ਵਿੱਚ ਮਹਿਸੂਸ ਹੋਏ, ਜਿਹਦਾ ਬੈਨੀਫਿਟ ਨਾ ਕਿ ਸਿਰਫ ਸਾਡੀ ਸਿੱਖਾਂ ਦੀ ਇੱਕ ਜਗ੍ਹਾ, ਇੱਕ ਆਈਡੈਂਟੀਟੀ ਨੂੰ ਵਧਾਉਣ ਦਾ ਹੋਵੇ, ਬਟ ਜੋ ਬਾਕੀ ਲੋਕ ਹਨ, ਸਾਡੀ ਕਮਿਊਨਿਟੀ ਤੋਂ ਬਾਹਰ ਦੇ ਲੋਕ ਹਨ, ਉਹਨਾਂ ਨੂੰ ਇੱਕ ਵਧੀਆ ਐਕਸਪੀਰੀਅੰਸ ਹੋਏ ਸਾਡੇ ਨਾਲ ਰਲ ਕੇ। ਇਹਦੇ ਬਾਰੇ ਸਾਨੂੰ ਦੱਸੋ। ਬਿਲਕੁਲ, ਅਸੀਂ ਕਿਉਂਕਿ ਇਸ ਵਾਰੀ 10 ਸਾਲ ਸੀਗੇ, ਈਵਨ ਕਿ ਅਸੀਂ ਹਰ ਸਾਲ ਇਸ ਨੂੰ ਹਮੇਸ਼ਾ ਯਾਦ ਕਰਦੇ ਆ ਰਹੇ ਹਾਂ, ਮਨਾਉਂਦੇ ਆ ਰਹੇ ਹਾਂ, ਬਟ ਇਹ ਸਾਡੇ ਲਈ ਸਪੈਸ਼ਲ ਸੀਗਾ ਕਿਉਂਕਿ 10 ਈਅਰ ਐਨੀਵਰਸਰੀ ਸੀਗੀ। ਹੋਰ ਜੋ ਅਸੀਂ ਕੰਮ ਕੀਤਾ ਉਹਨੂੰ ਰਿਫਲੈਕਟ ਕਰਨਾ ਸੀਗਾ, ਪਲੱਸ ਆਪਾਂ ਹੋਰ ਕਮਿਊਨਿਟੀ ਦੇ ਵਿੱਚ ਜਾਣਾ ਸੀਗਾ ਅਤੇ ਉਹਦੇ ਕਰਕੇ ਅਸੀਂ ਇਸ ਨੂੰ ਕਾਫੀ ਵੱਡੇ ਲੈਵਲ 'ਤੇ ਕੀਤਾ, ਜਿਹਦੇ ਵਿੱਚ ਅਫਕੋਰਸ ਸਿੱਖ ਟੈਂਪਲ ਆਫ ਵਿਸਕੌਨਸਿਨ ਓਕ ਕ੍ਰੀਕ ਦੇ ਜਿਹੜੇ ਵੀ ਮੈਂਬਰਸ ਹੈਗੇ ਉਹਨਾਂ ਦੀ ਸਪੋਰਟ ਨਾਲ ਇਹ ਸਾਰਾ ਕੰਮ ਹੋ ਰਿਹਾ ਹੈ। ਅਤੇ ਜਿਵੇਂ ਕਿ ਪਤਾ ਕਿ ਅੱਜ ਵਿਜਲ ਹੈਗੀ ਹੈ, ਉਸ ਤੋਂ ਬਾਅਦ ਜਿਹੜਾ ਸਾਡਾ ਕੱਲ੍ਹ ਦਾ ਪ੍ਰੋਗਰਾਮ ਹੈਗਾ ਉਹ ਚੜ੍ਹਦੀ ਕਲਾ ਕਮਿਊਨਿਟੀ ਇਵੈਂਟ ਹੈਗਾ, ਜਿਹੜਾ ਕਿ 11 ਵਜੇ ਸਵੇਰੇ ਤੋਂ ਲੈ ਕੇ 3 ਵਜੇ ਸ਼ਾਮ ਤੱਕ ਹੋਏਗਾ।
ਜਿਹਦੇ ਵਿੱਚ ਕਾਫੀ ਕਮਿਊਨਿਟੀ ਦੇ ਲੋਕਲ ਮੈਂਬਰਸ ਆਉਣਗੇ, ਜਿਹਦੇ ਵਿੱਚ ਕਾਫੀ ਇੰਟਰਫੇਥ ਕਨਵਰਸੇਸ਼ਨ ਹੋਣਗੀਆਂ, ਟਰਬਨ ਟਾਈਂਗ ਹੋਏਗਾ, ਬਲੱਡ ਡੋਨੇਸ਼ਨ ਹੋਏਗੀ। ਇਹ ਸਾਰੀ ਚੀਜ਼ਾਂ ਜਿਹੜੀ ਪਲਾਨ ਕੀਤੀਆਂ ਹੋਈਆਂ ਉਹ ਸੈਟਰਡੇ ਵਾਸਤੇ ਪਲਾਨ ਹੈਗੀਆਂ ਸਾਡੀਆਂ। ਸੰਡੇ ਨੂੰ ਜਿਹੜਾ ਹੈ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨ, ਉਸ ਤੋਂ ਬਾਅਦ ਸਾਡੇ ਕੋਲ ਜਿੰਨੇ ਵੀ ਗੈਸਟ ਸਪੀਕਰ ਆ ਰਹੇ ਹੈਗੇ ਆ, ਉਹ ਜਿਹੜਾ ਉਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਦਿੱਤਾ ਜਾਏਗਾ ਬੋਲਣ ਵਾਸਤੇ, ਅਤੇ ਉਹਨਾਂ ਤੋਂ ਕੁਝ ਸਿੱਖਣ ਵਾਸਤੇ ਵੀ ਐਸ ਵੈਲ ਕਿ ਆਪਾਂ ਹੋਰ ਕੀ ਕੰਮ ਕਰ ਸਕਦੇ ਹਾਂ ਜਿਹਦੇ ਨਾਲ ਇਹ ਇੱਦਾਂ ਦੇ ਹਾਦਸਾ ਦੁਬਾਰਾ ਨਾ ਹੋਏ। ਬਿਸਾਈਡ ਦੈਟ ਸੇਵਾ ਫਾਊਂਡੇਸ਼ਨ ਵੱਲੋਂ ਜਿਹੜਾ ਹੈ ਕ੍ਰਿਕਟ ਕੱਪ ਵੀ ਕਰਾਇਆ ਜਾ ਰਿਹਾ ਹੈਗਾ। ਗੋਲ ਅਗੇਨ ਇਜ਼, ਇਹਦੇ ਵਿੱਚ ਸਾਡੇ ਕੋਲ ਆਲਮੋਸਟ 8 ਟੀਮਸ ਪਾਰਟਿਸਿਪੇਟ ਕਰ ਰਹੀਆਂ, ਔਰ ਵੱਖ-ਵੱਖ ਏਰੀਆਜ਼ ਤੋਂ ਟੀਮਸ ਹੈਗੀਆਂ। ਈਵਨ ਕਿ ਵੀ ਹੈਵ ਫਿਊ ਟੀਮਸ ਫਰੋਮ ਪੰਜਾਬ ਸਾਈਡ, ਉਸ ਤੋਂ ਬਾਅਦ ਸਾਡੇ ਸਾਊਥ ਇੰਡੀਅਨਸ, ਗੁਜਰਾਤ ਦੀ ਟੀਮ ਹੈਗੀ ਹੈ, ਸਾਡੇ ਕੋਲ ਈਸਟ ਇੰਡੀਅਨ ਟੀਮ ਹੈਗੀ ਹੈ, ਪਲੱਸ ਸਾਡੇ ਕੋਲ ਕੁਝ ਪਾਕਿਸਤਾਨੀ ਮੁੰਡੇ ਜਿਹੜੇ ਉਹ ਵੀ ਪਲੇ ਕਰ ਰਹੇ ਹੈ। ਔਰ ਇਸ ਇਵੈਂਟ ਤੇ ਵੀ ਸਾਡੇ ਕੋਲ ਲੋਕਲੀ ਮੇਅਰ ਆਉਂਦਾ ਹੈ, ਜਿਹੜੇ ਕਿ ਸਾਨੂੰ ਹਮੇਸ਼ਾ ਹਰ ਵਾਰੀ ਸਪੋਰਟ ਕਰਦਾ ਹੈ, ਪਲੱਸ ਸਾਡੇ ਕੋਲ ਲੋਕਲ ਕਮਿਊਨਿਟੀ ਦੇ ਮੈਂਬਰਸ ਵੀ ਇਹਦੇ ਨਾਲ ਸਾਡੇ ਨਾਲ ਪਾਰਟਿਸਿਪੇਟ ਕਰਦੇ ਹੈ, ਜਿਹਦੇ ਵਿੱਚ ਅਸੀਂ ਬਾਅਦ ਚੋਂ ਬੱਚਿਆਂ ਦੀ ਗੇਮਸ ਵਗੈਰਾ ਵੀ ਕਰਾਉਂਦੇ ਹਾਂ, ਅਤੇ ਲਾਸਟ ਵਿੱਚ ਅਸੀਂ ਉਹਨਾਂ ਨੂੰ ਫਾਈਨਲ ਸ਼ਰਧਾਂਜਲੀ ਦੇਣ ਵਾਸਤੇ ਇਕੱਠੇ ਹੋ ਕੇ ਮਿਲ ਕੇ ਉਹਨਾਂ ਨੂੰ ਯਾਦ ਕਰਦੇ ਹਾਂ। ਅਤੇ ਇਸ ਜਿਹੜਾ ਪੀਸ ਕੱਪ ਕਰਾਉਂਦੇ ਹਾਂ, ਇਹਦਾ ਮੇਨ ਮਤਲਬ ਹੈ ਕਿ ਅੱਗੇ ਤੋਂ ਇੱਦਾਂ ਦਾ ਕੁਛ ਨਾ ਹੋਏ, ਉਹਦੇ ਲਈ ਆਪਾਂ ਅਵੇਅਰਨੈਸ ਫੈਲਾਉਂਦੇ ਹਾਂ। ਦੈਟ ਇਜ਼ ਆਰ ਗੋਲ ਫॉर ਦਿਸ ਕ੍ਰਿਕਟ ਇਵੈਂਟ। ਜੀ, ਅੱਗੇ ਤੋਂ ਇਹੋ ਜਿਹਾ ਕੁਛ ਨਾ ਹੋਏ। ਇਸ ਏਰੀਆ ਦੇ ਵਿੱਚ ਜਦੋਂ ਅਸੀਂ ਥੋੜ੍ਹਾ ਜਿਹਾ ਗੌਰ ਕਰਦੇ ਹਾਂ, ਆਫ ਕੋਰਸ ਇਟਸ ਹਾਰਡ ਟੂ ਇਗਨੋਰ ਜੋ ਰੀਸੈਂਟ ਹਾਦਸੇ ਹੋਏ ਹਨ ਆਲ ਓਵਰ ਦ ਕੰਟਰੀ। ਇਸ ਸਾਲ ਨੂੰ ਹੁਣ ਮਸੀਂ 6-7 ਮਹੀਨੇ ਹੋਏ ਲੰਘੇ ਹੋਏ, ਕਿੰਨੀ ਵੱਡੀ ਸ਼ੂਟਿੰਗਸ ਆਲਰੇਡੀ ਹੋ ਚੁੱਕੀਆਂ ਜੋ ਦਿਨ ਵਰ ਦਿਨ ਛੋਟੀ ਹੁੰਦੀਆਂ, ਉਹਨਾਂ ਦੇ ਬਾਰੇ ਤਾਂ ਸਾਨੂੰ ਸੁਣਨ ਨੂੰ ਵੀ ਨਹੀਂ ਮਿਲਦਾ। ਇਸ ਏਰੀਆ ਨੂੰ ਲੈ ਕੇ ਡਾਕਟਰ ਹਰਚਰਨ ਸਿੰਘ ਜੀ, ਮੈਂ ਤੁਹਾਡੇ ਤੋਂ ਥੋੜ੍ਹਾ ਜਿਹਾ ਸੁਣਨਾ ਚਾਹਾਂਗੀ, ਤੁਹਾਨੂੰ ਲੱਗਦਾ ਹੈ ਕਿ ਜੋ ਇਸ ਮੁਲਕ ਦਾ ਪ੍ਰੋਗਰੈਸ ਹੋਣਾ ਚਾਹੀਦਾ ਹੈ ਗਨ ਵਾਇਲੈਂਸ ਨੂੰ ਲੈ ਕੇ ਜਾਂ ਮਾਸ ਸ਼ੂਟਿੰਗਸ ਨੂੰ ਲੈ ਕੇ, ਓਕ ਕ੍ਰੀਕ ਜੋ ਕਿ 10 ਸਾਲ ਪਹਿਲੇ ਹੋਈ ਸੀ ਟ੍ਰੈਜਡੀ, ਉਸ ਟਾਈਮ ਤੋਂ ਲੈ ਕੇ ਅਜੇ ਤੱਕ ਕੋਈ ਇੰਪਰੂਵਮੈਂਟ ਤੁਸੀਂ ਮਹਿਸੂਸ ਕਰਦੇ ਹੋ ਡਾਕਟਰ ਸਾਹਿਬ? ਕੋਈ ਖਾਸ ਇੰਪਰੂਵਮੈਂਟ ਹੁਣ ਤੁਸੀਂ ਦੇਖੋ, ਪਿਟਸਬਰਗ ਹੋਇਆ ਇਨਸੀਡੈਂਸ, ਉੱਥੇ ਵੀ 11 ਡੈਥ ਹੋਈਆਂ। ਚਾਰਲਸਟਨ ਹੋਇਆ ਸਾਊਥ ਕੈਰੋਲਾਈਨਾ ਚਰਚ 'ਚ, ਉੱਥੇ ਵੀ 9 ਡੈਥ ਹੋਈਆਂ। ਇਹ ਮਤਲਬ ਜਿਹੜੀ ਗਨ ਜਿਵੇਂ AR-15 ਬੋਡੀ ਆਰਮਰ, ਆਈ ਥਿੰਕ ਨਾਰਮਲ ਸਿਵੀਲੀਅਨ ਨੂੰ, ਚਲੋ ਗਨ ਰਾਈਟ ਹੈਗੇ ਆਪਣੇ ਕੋਲ, ਠੀਕ ਹੈ, ਗਨ ਆਪਾਂ ਰੱਖ ਵੀ ਸਕਦੇ ਹਾਂ, ਛੋਟੀ ਗਨ ਰੱਖ ਲਓ ਕੋਈ, ਅਤੇ ਬਾਕੀ ਵੱਡੀ ਗਨ ਮੋਸਟ ਆਫ ਦਾ ਇਨਸੀਡੈਂਸ ਟੈਕਸਾਸ 'ਚ ਹੋਇਆ। ਦੇਖੋ ਬੱਚੇ ਸਕੂਲ 'ਚ ਕੀ ਹੋਇਆ, ਦੇਖੋ ਪਹਿਲਾਂ ਉੱਧਰ ਹੋਇਆ, ਕਨੈਟੀਕਟ 'ਚ ਹੋਇਆ, ਦੇਖੋ ਕਿੰਨੇ ਬੱਚੇ। ਇਹ ਇਹਨਾਂ ਨੂੰ ਹੁਣ ਜਿਵੇਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੁਛ ਕੀਤਾ, ਚਲੋ ਨਾਲ ਦੂਜੀ ਪਾਰਟੀ ਵੀ ਆਈ ਹੈ, ਨਾਲ ਮਿਲ ਕੇ ਕੁਛ ਨਾ ਕੁਛ ਐਟਲੀਸਟ ਦੇ ਸਟਾਰਟ ਸਮ initial, they took initial steps, at least ਕੁਛ ਪੋਜ਼ਿਟਿਵਿਟੀ ਹੈਗੀ ਉਹ ਦੇਖਣ ਵਾਸਤੇ। ਤੇ ਹੋਪਫੁਲੀ, ਕਿਉਂਕਿ ਆਪਣਾ ਦੇਖੋ ਅਮੈਰੀਕਾ ਇਜ਼ ਦ ਰਿਚੈਸਟ ਕੰਟਰੀ, ਈਵਨ ਹੁਣ ਇੰਡੀਆ 'ਚ ਹੀ ਦੇਖ ਲਓ ਤੁਸੀਂ, ਉੱਥੇ ਆਪਾਂ ਕਈ ਵਾਰੀ ਪੂਅਰ ਕਮਿਊਨਿਟੀ ਹੈ, ਉੱਥੇ ਖਾਣ ਨੂੰ ਨਹੀਂ ਮਿਲਦਾ, ਫਿਰ ਵੀ ਵਾਇਲੈਂਸ ਨਹੀਂ ਹੈ ਜੀ। ਵੀ ਹੈਵ ਐਵਰੀਥਿੰਗ ਟੂ ਈਟ, ਇੰਜੋਏ and good life and everything, even मतलब फिर भी gun violence है भी कोई ਆਪਾਂ आम public their well-being, they are good, they are living good life, फिर भी मतलब ਇੰਨਾ violence ਹੈਗਾ, मतलब that should be addressed. I mean ਡਾਕਟਰ ਸਾਹਿਬ, ਤੁਸੀਂ ਬਹੁਤ ਇੱਕ ਇੱਥੇ ਸਿੰਪਲ ਸ਼ਬਦਾਂ 'ਚ ਇਹ ਗੱਲ ਰੱਖੀ ਹੈ, ਸਮਝ ਤੋਂ ਬਾਹਰ ਹੈ ਕਿ ਇਸ ਮੁਲਕ ਦੇ ਵਿੱਚ ਜਿੱਥੇ ਹਰ ਇੱਕ ਚੀਜ਼ ਦੀ ਬਰਕਤ ਹੈ, ਹਰ ਇੱਕ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ, ਜੋ ਲੋਕ ਗਰੀਬੀ ਦੇ ਵਿੱਚ ਵੀ ਰਹਿ ਰਹੇ ਹੈ ਉਹ ਵੀ ਜ਼ਿਆਦਾ ਵਧੀਆ ਜ਼ਿੰਦਗੀਆਂ ਜੀ ਰਹੇ ਹੈ ਦੈਨ ਸਮ ਪੀਪਲ ਹੂ ਆਰ ਮਿਡਲ ਕਲਾਸ ਇਨ ਅਦਰ ਪਾਰਟਸ ਆਫ ਦ ਵਰਲਡ।
ਬਟ ਫਿਰ ਵੀ ਇੱਥੇ ਇਹ ਜੋ ਇੱਕ ਬਿਮਾਰੀ ਹੈ ਗਨ ਵਾਇਲੈਂਸ ਦੀ, ਉਹਦਾ ਕੋਈ ਤੋੜ ਨਹੀਂ ਸਰਕਾਰ ਵੱਲੋਂ ਸਾਨੂੰ ਲੱਭਿਆ। ਬਟ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਇੱਕ ਇੰਡੀਵਿਜੂਅਲ ਤੌਰ 'ਤੇ ਜਾਂ ਇੱਕ ਕਮਿਊਨਿਟੀ ਦੇ ਤੌਰ 'ਤੇ ਕੁਛ ਨਹੀਂ ਕਰ ਸਕਦੇ। ਸਾਡੀ ਕਮਿਊਨਿਟੀ ਕਾਫੀ ਪੋਲੀਟੀਕਲੀ ਵੀ ਐਕਟਿਵ ਹੋ ਰਹੀ ਹੈ, ਉੱਦਾਂ ਵੀ ਅਸੀਂ ਹੋਰ ਆਪ ਦੇ ਹੱਕ ਅਜਮਾ ਰਹੇ ਹਾਂ ਇੱਥੇ ਦੇ ਸਿਸਟਮ ਦੇ ਵਿੱਚ। ਇਹਦੇ ਬਾਰੇ ਮੈਂ ਤੁਹਾਡੇ ਦੋਨਾਂ ਦੇ ਵਿਚਾਰ ਸੁਣਨਾ ਚਾਹੁੰਦੀ ਹਾਂ ਕਿ ਹੋਰ ਅਸੀਂ ਕੀ ਕਰ ਸਕਦੇ ਹਾਂ ਤਾਂ ਕਿ ਇਹੋ ਜਿਹਾ ਹਾਦਸਾ ਸਾਡੇ ਨਾਲ ਨਾ ਅੱਗੇ ਵਾਪਰੇ, ਤਾਂ ਕਿ ਜੋ ਵਧੀਆ ਲੋਕਲ ਕਮਿਊਨਿਟੀਜ਼ ਹਨ ਉਹਨਾਂ ਦੇ ਵਿੱਚ ਇਸ ਚੀਜ਼ ਦਾ ਡਰ ਨਾ ਹੋਏ ਮੈਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੀ, ਮੈਂ ਬੱਚਿਆਂ ਨੂੰ ਸਕੂਲ ਨਹੀਂ ਲੈ ਕੇ ਜਾ ਸਕਦੀ, ਮੈਂ ਗਰੋਸਰੀ ਸਟੋਰ ਨਹੀਂ ਜਾ ਸਕਦੀ, ਮੈਂ ਕਿਸੇ ਪਰੇਡ ਦੇ ਵਿੱਚ ਜਾਂ ਕਿਸੇ ਖੁੱਲ੍ਹੇ ਮੈਦਾਨ 'ਚ ਨਹੀਂ ਜਾ ਸਕਦੀ ਕਿਉਂਕਿ ਸ਼ਾਇਦ ਉੱਥੇ ਕੋਈ ਗਨਮੈਨ ਹੋਵੇ। ਸੋ ਇਨ ਚੀਜ਼ਾਂ ਬਾਰੇ ਮੈਂ ਤੁਹਾਡੇ ਦੋਨਾਂ ਤੋਂ ਥੋੜ੍ਹਾ ਜਿਹਾ ਸੁਣਨਾ ਚਾਹੁੰਦੀ ਹਾਂ ਅਤੇ ਕੁਝ ਕਲੋਜ਼ਿੰਗ ਮੈਸੇजेस ਅੱਜ ਦੇ ਪ੍ਰੋਗਰਾਮ ਦੇ ਵਿੱਚ। ਇੱਕ ਹੋਰ ਨਿੱਕੇ ਜਿਹੇ ਬ੍ਰੇਕ ਦਾ ਇੱਥੇ ਸਮਾਂ ਆ ਗਿਆ ਹੈ, ਪਲੀਜ਼ ਇਸ ਤਰ੍ਹਾਂ ਜੁੜੇ ਰਹੋ ਵਿਊਅਰਸ, ਤੁਸੀਂ ਵੀ ਜੁੜੇ ਰਹੋ। ਅੱਜ ਅਸੀਂ ਓਕ ਕ੍ਰੀਕ ਨੂੰ ਯਾਦ ਕਰ ਰਹੇ ਹਾਂ, ਬਟ ਇਹ ਜੋ ਪ੍ਰੋਬਲਮ ਹੈ ਇਹ ਸਿਰਫ ਇੱਕ ਓਕ ਕ੍ਰੀਕ ਦੀ ਨਹੀਂ, ਇਹ ਸਾਡੇ ਸਾਰਿਆਂ ਦੀ, ਸਾਡੇ ਸਾਰੇ ਅਮਰੀਕਨਸ ਦੀ ਸਾਂਝੀ ਪ੍ਰੋਬਲਮ ਹੈਗੀ। ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਉਹਦੇ ਬਾਰੇ ਗੱਲ ਕਰਾਂਗੇ ਬ੍ਰੇਕ ਤੋਂ ਉਸ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਅਸੀਂ ਭਾਵੇਂ ਓਕ ਕ੍ਰੀਕ ਟ੍ਰੈਜਡੀ ਤੇ ਉਨ ਵਿਕਟਮਸ ਨੂੰ ਯਾਦ ਕਰ ਰਹੇ ਹਾਂ ਜੋ ਕਿ 10 ਸਾਲ ਪਹਿਲੇ ਸਾਡੇ ਤੋਂ ਖੋ ਗਏ ਸੀ, ਬਟ ਇਹ ਜੋ ਟ੍ਰੈਜਡੀ ਹੈਗੀ ਕਿਸੇ ਵੀ ਸ਼ਹਿਰ ਦੇ ਵਿੱਚ, ਕਿਸੇ ਵੀ ਸਟੇਟ ਦੇ ਵਿੱਚ ਬਾਰ-ਬਾਰ ਸਾਨੂੰ ਵੇਖਣ ਨੂੰ ਮਿਲਦੀ ਹੈ। ਇਹਦੇ ਵਿੱਚ ਅਸੀਂ ਕੀ ਇੱਕ ਪੋਜ਼ੀਟਿਵ ਚੇਂਜ ਲੈ ਕੇ ਆ ਸਕਦੇ ਹਾਂ ਉਹਦੇ ਬਾਰੇ ਥੋੜ੍ਹੇ ਜਿਹੇ ਵਿਚਾਰ ਸੁਣਨ ਲਈ ਮੈਂ ਓਕ ਕ੍ਰੀਕ ਤੋਂ ਸਾਡੇ ਗੈਸਟ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ, ਡਾਕਟਰ ਹਰਚਰਨ ਸਿੰਘ ਗਿੱਲ ਅਤੇ ਪ੍ਰਭਜੋਤ ਸਿੰਘ। ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਿਹਾ ਕਿ ਇਸ ਮੁਲਕ ਦੇ ਵਿੱਚ ਜਿੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਉੱਥੇ ਇੱਕ ਸਾਨੂੰ ਓਵਰ ਅਬੰਡੈਂਸ ਦੇਖਣ ਨੂੰ ਮਿਲਦੀ ਹੈ ਬੰਦੂਕਾਂ ਦੀ ਤੇ ਗਨ ਵਾਇਲੈਂਸ ਦੀ। ਭਾਵੇਂ ਬੰਦੂਕਾਂ ਨੂੰ ਰੱਖਣ ਦਾ ਇੱਥੇ ਹੱਕ ਜ਼ਰੂਰ ਹੈ, ਬਟ ਇਹੋ ਜਿਹੀ ਬੰਦੂਕਾਂ ਜੋ ਮਿੰਟੋਂ ਦੇ ਵਿੱਚ ਕਿੰਨੇ ਹੰਡਰਡਸ ਆਫ ਰਾਊਂਡਸ ਫਾਇਰ ਕਰ ਦਿੰਦੀਆਂ। ਅਸੌਲਟ ਰਾਈਫਲਸ, ਮਿਲੀਟਰੀ ਗ੍ਰੇਡ ਰਾਈਫਲਸ ਇਹੋ ਜਿਹੀ ਜਗ੍ਹਾ ਕਿਸੇ ਵੀ ਸਿਵਲਾਈਜ਼ ਸੁਸਾਇਟੀ ਦੇ ਵਿੱਚ ਨਹੀਂ ਹੋਣੀ ਚਾਹੀਦੀ। ਬਟ ਵੱਡੇ ਲੈਵਲ ਨੂੰ ਛੱਡ ਕੇ ਜੋ ਸਰਕਾਰਾਂ ਨੇ ਕਰਨਾ ਹੈ, ਪੋਲੀਟੀਸ਼ੀਅਨਸ ਨੇ ਕਰਨਾ ਹੈ, ਉਹਨਾਂ ਨੇ ਤਾਂ ਕਰਨਾ ਹੀ ਹੈ। ਇੱਕ ਲੋਕਲ ਲੈਵਲ 'ਤੇ ਜਦੋਂ ਅਸੀਂ ਸੋਚਦੇ ਹਾਂ, ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਸ਼ੁਰੂਆਤ ਕਰਦੀ ਹਾਂ, ਜਦੋਂ ਲੋਕਲ ਲੈਵਲ 'ਤੇ ਅਸੀਂ ਕਮਿਊਨਿਟੀ ਦੇ ਐਕਸ਼ਨਸ ਨੂੰ ਲੈ ਕੇ ਚੱਲਦੇ ਹਾਂ, ਹੁਣ ਓਕ ਕ੍ਰੀਕ ਦੇ ਵਿੱਚ ਵੀ ਉਸ ਹਾਦਸੇ ਤੋਂ ਬਾਅਦ ਕਿੰਨੀ ਐਕਟਿਵਿਜ਼ਮ ਹੋਈ, ਬਾਕੀ ਕਮਿਊਨਿਟੀਜ਼ ਹੋਰ ਅਸੀਂ ਕੀ ਕਰ ਸਕਦੇ ਹਾਂ, ਖਾਸ ਕਰਕੇ ਜਦੋਂ ਅਸੀਂ ਡਿਸਕ੍ਰਿਮੀਨੇਸ਼ਨ ਜਾਂ ਹੇਟ ਦੀ ਗੱਲ ਕਰਦੇ ਹਾਂ, ਨਫ਼ਰਤ ਦੀ ਗੱਲ ਕਰਦੇ ਹਾਂ, ਇਗਨੋਰੈਂਸ ਦੀ ਗੱਲ ਕਰਦੇ ਹਾਂ, ਜਿਹਦੇ ਕਰਕੇ ਸਾਡੇ ਕਮਿਊਨਿਟੀ 'ਤੇ ਇੱਕ ਟਾਰਗੇਟ ਜਿਹਾ ਲੱਗ ਜਾਂਦਾ ਹੈ ਕਦੀ ਕਵਾਰ। ਡਾਕਟਰ ਸਾਹਿਬ, ਅਸੀਂ ਕਿਸ ਤਰ੍ਹਾਂ ਇਸ ਚੀਜ਼ ਦੇ ਵਿੱਚ ਇੱਕ ਬਦਲਾਵ ਲੈ ਕੇ ਆ ਸਕਦੇ ਹਾਂ? ਐਡਵਾਈਸ ਇਹੀ ਹੈ ਵੀ ਹੁਣ ਆਪਣੇ ਕੋਈ ਕੰਮ ਕਰਦਾ ਹੈ, ਕੋਈ ਕੈਬ ਡਰਾਈਵਰ ਹੈ, ਕੋਈ ਬਿਜ਼ਨਸ ਓਨਰ ਹੈ, ਆਪਾਂ ਨੂੰ ਚਾਹੀਦਾ ਹੈ ਵੀ ਜੇ ਕੋਈ ਆਪਾਂ ਬਿਜ਼ਨਸ ਓਨ ਕਰਦੇ ਹਾਂ ਆਪਣੇ ਇੰਪਲੋਈਜ਼ ਨੂੰ, ਉਹਨਾਂ ਨੂੰ ਆਪਣੇ ਧਰਮ ਬਾਰੇ ਦੱਸਣਾ ਚਾਹੀਦਾ ਕਿ ਅਸੀਂ ਕੌਣ ਆ, ਕਿੱਥੋਂ ਆਏ ਆ, ਕਿਵੇਂ ਕੀ ਸਾਡਾ ਰਿਲੀਜਨ। ਸਾਡਾ ਕੋਈ ਕੁਲੀਕ ਹੈ, ਈਵਨ ਸਿੰਗਲ ਕੁਲੀਕ ਹੈ, ਕੋਈ ਕਿਸੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਕੋਈ ਗੈਦਰਿੰਗ 'ਚ ਜਾਂਦੇ ਹਾਂ, ਹਰੇਕ ਇੰਡੀਵਿਜੂਅਲ ਦਾ ਫਰਜ਼ ਬਣਦਾ ਇਹ ਵੀ ਦੱਸਣਾ, ਕਿਉਂਕਿ ਇੱਕ ਤਰ੍ਹਾਂ ਕਈ ਬੰਦਿਆਂ ਦੀ ਅਪਰੋਚ ਹੁੰਦੀ ਹੈ ਵੀ ਆਪਾਂ ਵੀ ਸ਼ੁੱਡ ਸਟੇ ਹਾਈਡ ਵੀ ਹਾਈਡ ਕਰਨ ਦੀ ਕੋਈ ਜ਼ਰੂਰਤ ਨਹੀਂ। ਆਪਣੇ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਝੰਡੇ ਝੂਲਦੇ ਨੇ, ਨਿਸ਼ਾਨ ਸਾਹਿਬ ਝੂਲਦੇ ਨੇ, ਦੂਰੋਂ ਨਿਸ਼ਾਨੀ ਪਤਾ ਲੱਗਦੀ ਹੈ ਵੀ ਹਾਂ ਗੁਰਦੁਆਰਾ ਸਾਹਿਬ ਹੈਗਾ, ਉਹ ਕੁਛ ਦੱਸਣ ਵਾਸਤੇ ਲੱਗੇ ਨਾ, ਤੇ ਆਪਾਂ ਨੂੰ ਵੀ ਆਪਣੇ ਲੈਵਲ ਤੇ ਦੱਸਣਾ ਚਾਹੀਦਾ ਵੀ ਅਸੀਂ ਕੌਣ। ਫਿਰ ਇਹਨਾਂ ਨੂੰ ਅਵੇਅਰਨੈਸ ਇਹਨਾਂ 'ਚ ਆਊਗੀ। ਅਵੇਅਰਨੈਸ ਬਹੁਤ ਜ਼ਰੂਰੀ, ਕਿਉਂਕਿ ਲਾਟ ਆਫ ਪੀਪਲ ਉਹਨਾਂ ਨੂੰ ਅਵੇਅਰਨੈਸ ਨਹੀਂ ਹੈ ਸਿੱਖੀਜ਼ਮ ਬਾਰੇ, ਉਹਨਾਂ ਨੂੰ ਹਜੇ ਵੀ ਬਹੁਤ ਡਾਊਟ ਨੇ, ਕਨਫਿਊਜ਼ਨ ਹੈ, ਤੇ ਉਹ ਹਰੇਕ ਕਮਿਊਨਿਟੀ ਮੈਂਬਰ ਦਾ ਫਰਜ਼ ਬਣਦਾ। ਆਪਾਂ ਨੂੰ ਇਹ ਨਹੀਂ ਹੈ ਵੀ ਚਲੋ ਗੁਰਦੁਆਰਾ ਸਾਹਿਬ ਦੀ ਕਮੇਟੀ ਬਣ ਗਈ ਉਹਨਾਂ ਨੇ ਕਰਨਾ, ਜਾਂ ਸੈਲਡੇਫ ਵਾਲੇ ਕਰ ਰਹੇ ਆ, ਜਾਂ ਸਿੱਖ ਕੋਲੀਸ਼ਨ ਵਾਲੇ ਕਰ ਰਹੇ ਆ,
ਜੀ ਉਹ ਕਮਿਊਨਿਟੀ ਦੀਆਂ ਆਰਗੇਨਾਈਜੇਸ਼ਨਾਂ ਉਹ ਕੰਮ ਕਰ ਰਹੀਆਂ, ਬਹੁਤ ਸੋਹਣਾ ਕੰਮ ਕਰ ਰਹੀਆਂ, ਪਰ ਆਪਾਂ ਨੂੰ ਵੀ ਆਪਣੇ ਲੈਵਲ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਸਪੋਰਟ ਕਰੋ ਕਿ ਉਹਨਾਂ ਤੇ ਹੀ ਵੀ ਨਾਟ ਸਟੇ ਡਿਪੈਂਡੈਂਟ। ਆਫ ਕੋਰਸ ਆਪਣਾ ਵੀ ਫਰਜ਼ ਨਿਭਾਓ। ਹੁਣ ਕੋਈ ਆਪਣੇ ਘਰੇ ਆ ਜਾਂਦਾ, ਕੋਈ ਗੁਆਂਢੀ ਹੈ ਗੋਰਾ ਜਾਂ ਕੋਈ ਨੇਬਰਹੁੱਡ ਹੈ, ਹੁਣ ਸਾਰਿਆਂ ਦੇ ਗੁਆਂਢੀ ਆਪਣੇ ਇੰਡੀਅਨ ਤਾਂ ਹੈ ਨਹੀਂ ਇੱਥੇ, ਸਾਰਿਆਂ ਦੇ ਮਤਲਬ ਜੀ ਗੋਰੇ ਨੇ ਜਾਂ ਬਲੈਕ ਨੇ ਜਾਂ ਕੋਈ ਆਪਣੇ ਮੈਕਸੀਕਨ ਜਾਂ ਕੋਈ ਹਿਸਪੈਨਿਕ ਫੈਮਿਲੀ ਹੈ ਜਾਂ ਜੀ, ਆਪਣੇ ਬਾਰੇ ਦੱਸਣਾ ਜ਼ਰੂਰੀ ਹੈ। ਇਹ ਦੱਸ ਕੇ ਆਪਾਂ ਬਹੁਤ ਕੁਝ ਕਮਿਊਨਿਟੀ ਵਾਸਤੇ ਕਰ ਸਕਦੇ ਹਾਂ। ਇਹ ਮੇਰੇ ਵੱਲੋਂ ਤੇ ਸਾਡੀ, ਅਸੀਂ ਤਾਂ ਕਮਿਊਨਿਟੀ 'ਚ ਵੀ ਆਪਦੀ ਕਮੇਟੀ 'ਚ ਵੀ ਇਹੀ ਗੱਲ ਕਰਦੇ ਹੁੰਦੇ ਹਾਂ। ਬਾਕੀ ਅਸੀਂ ਜਦੋਂ ਇਨਸੀਡੈਂਸ ਹੋਇਆ ਉਦੋਂ ਬਾਅਦ ਅਸੀਂ ਡਿਫਰੈਂਟ ਚਰਚ ਜਾ ਕੇ ਉਹਨਾਂ ਨੂੰ ਸਿੱਖੀਜ਼ਮ ਬਾਰੇ ਦੱਸਿਆ। ਬਥੇਰੇ ਅੰਦਰ ਵੀ ਹੁਣ ਵੀ ਆਉਂਦੇ ਨੇ, ਬਥੇਰੇ ਆਪਣੇ ਅਮਰੀਕਨ ਪੀਪਲ ਆਉਂਦੇ ਨੇ, ਉਹਨਾਂ ਨੂੰ ਦੱਸਦੇ ਆ, ਉਹਨਾਂ ਨੂੰ ਮਤਲਬ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਤੇ ਇਹਨਾਂ ਨੂੰ ਸੀਰੀਅਸਲੀ ਵੀ ਹੈਵ ਟੂ ਥਿੰਕ ਅਬਾਊਟ। ਡਾਕਟਰ ਸਾਹਿਬ I don't think ਇਸ ਤੋਂ ਵਧੀਆ ਐਡਵਾਈਸ ਅਗਰ ਅਸੀਂ ਇੰਡੀਵਿਜੂਅਲ ਲੈਵਲ ਦੀ ਗੱਲ ਕਰਨੀ ਹੋਏ ਤੁਸੀਂ ਦੇ ਸਕਦੇ ਸੀ ਕਿ ਸਾਡੀ ਜ਼ਿੰਮੇਵਾਰੀ ਵੀ ਸਾਨੂੰ ਆਪਣੇ ਆਪ ਨੂੰ ਹੀ ਨਿਭਾਉਣੀ ਪੈਣੀ ਹੈ, ਤਦ ਹੀ ਅਸੀਂ ਦੂਜਿਆਂ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਕੀ ਕਰ ਰਹੇ ਹੋ। ਪਹਿਲੇ ਅਸੀਂ ਕੀ ਕਰ ਰਹੇ ਹਾਂ ਇਹ ਪੁੱਛਣਾ ਚਾਹੀਦਾ ਹੈ। ਐਂਡ ਖਾਸ ਕਰਕੇ ਉਨ ਕਮਿਊਨਿਟੀਜ਼ ਲਈ ਜੋ ਕਿ ਮਿਡਲ ਅਮਰੀਕਾ ਦੇ ਵਿੱਚ ਰਹਿੰਦੀਆਂ, ਰਾਈਟ। ਮੈਂ ਨਿਊਯਾਰਕ ਤੋਂ ਤੁਹਾਡੇ ਨਾਲ ਜੁੜ ਰਹੀ ਹਾਂ, ਲੇਕਿਨ ਮਿਡ ਵੈਸਟ ਦੇ ਵਿੱਚ ਜਾਂ ਸਾਊਥ ਦੀ ਸਟੇਟਸ ਦੇ ਵਿੱਚ, ਟੈਕਸਸ, ਐਰੀਜ਼ੋਨਾ, ਨਿਊ ਮੈਕਸੀਕੋ, ਇਹੋ ਜਿਹੀ ਸਟੇਟਾਂ ਦੇ ਵਿੱਚ ਜਿੱਥੇ ਸਾਡੀ ਕਮਿਊਨਿਟੀ ਦੀ ਛੋਟੀ ਗਿਣਤੀ ਹੈ, ਉੱਥੇ ਇਹ ਸੁਝਾਅ ਹੋਰ ਵੀ ਮਾਇਨੇ ਰੱਖਦਾ ਹੈ, ਹੋਰ ਵੀ ਇੰਪੋਰਟੈਂਸ ਰੱਖਦਾ ਹੈ। ਉੱਥੇ ਸਾਨੂੰ ਇਹੋ ਜਿਹੀ ਆਊਟਰੀਚ ਲਗਾਤਾਰ ਇੰਡੀਵਿਜੂਅਲ ਲੈਵਲ 'ਤੇ ਅਤੇ ਵੱਡੇ ਲੈਵਲ 'ਤੇ ਦੋਨੋਂ ਤਰਫੋਂ ਜ਼ਰੂਰ ਕਰਨੀ ਚਾਹੀਦੀ ਹੈ। ਪ੍ਰਭਜੋਤ, ਕਲੋਜ਼ਿੰਗ ਦੇ ਵਿੱਚ ਯੂਥ ਨੂੰ ਤੁਸੀਂ ਕੀ ਸੱਦਾ ਦੇ ਸਕਦੇ ਹੋ, ਕੀ ਮੈਸੇਜ ਤੁਸੀਂ ਦੇ ਸਕਦੇ ਹੋ? ਤੁਸੀਂ ਕਾਫੀ ਐਕਟਿਵ ਹੋ ਸੇਵਾ ਫਾਊਂਡੇਸ਼ਨ ਵੱਲੋਂ, ਉੱਦਾਂ ਵੀ ਕਮਿਊਨਿਟੀ ਦੇ ਵਿੱਚ ਜਦੋਂ ਯੂਥ ਕਦੀ ਕਵਾਰ ਡਿਸਹਾਰਟਨਡ ਫੀਲ ਕਰਦਾ ਹੈ ਕਿ ਸਾਨੂੰ ਤਾਂ ਕੋਈ ਨਹੀਂ ਇੱਥੇ ਸਮਝਣ ਵਾਲਾ, ਸਾਡੀ ਦਸਤਾਰ ਨੂੰ ਲੋਕੀ ਕਿਸ ਤਰ੍ਹਾਂ ਲੈਂਦੇ ਹੈ, ਬੁਲੀਇੰਗ ਹੁੰਦੀ ਹੈ, ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਜਿਹਦੇ ਕਰਕੇ ਸਾਡੀ ਪਹਿਚਾਣ ਪਿੱਛੇ ਪੈ ਜਾਂਦੀ ਹੈ ਯੂਥ ਦੇ ਵਿੱਚ। ਉਹਨਾਂ ਲਈ ਜਦੋਂ ਅਸੀਂ ਇਸ ਟ੍ਰੈਜਡੀ ਦੇ ਪਰਸਪੈਕਟਿਵ ਰਾਹੀਂ ਅਗਰ ਕੋਈ ਉਹਨਾਂ ਨੂੰ ਐਡਵਾਈਸ ਦੇਣੀ ਹੋਏ, ਤੁਸੀਂ ਕੀ ਕਹੋਗੇ ਉਸ ਯੂਥ ਨੂੰ ਜਿਨ੍ਹਾਂ ਦੇ ਕੋਲ ਆਪਣੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ? ਡੈਫੀਨਿਟਲੀ ਆਈ ਥਿੰਕ ਇਹ ਤੁਸੀਂ ਬਹੁਤ ਹੀ ਵਧੀਆ ਕੁਐਸਚਨ ਪੁੱਛਿਆ ਹੈ ਤੇ ਅਸੀਂ ਇਸ ਚੀਜ਼ ਤੇ ਹੀ ਜ਼ਿਆਦਾ ਕੰਮ ਕਰ ਰਹੇ ਹੈਗੇ ਆ। ਜਿੱਥੇ ਕਿ ਜਦ ਯੂਥ ਕੋਈ ਬੱਚਾ ਸਕੂਲ ਜਾ ਰਿਹਾ ਹੈ, ਸਕੂਲ, ਹਾਈ ਸਕੂਲ, ਕਾਲਜ, ਉਹ ਪਟਕਾ ਬਣ ਕੇ ਜਾ ਰਿਹਾ ਹੈ ਜਾਂ ਪੱਗ ਬਣ ਕੇ ਜਾ ਰਿਹਾ ਹੈ ਕਿ ਉਹ ਡਿਫਰੈਂਟ ਹੈਗਾ। ਐਂਡ ਫਸਟ ਆਫ ਆਲ ਆਪਾਂ ਨੂੰ ਇਹ ਐਕਸੈਪਟ ਉਹਨੂੰ ਇਹ ਦੱਸਣਾ ਹੈ ਕਿ ਇਟ ਇਜ਼ ਓਕੇ ਟੂ ਬੀ ਡਿਫਰੈਂਟ। ਅਸੀਂ ਡਿਫਰੈਂਟ ਹੈਗੇ ਹਾਂ ਔਰ ਸਾਡੀ ਕੌਮ ਡਿਫਰੈਂਟ ਹੈਗੀ ਹੈ, ਅਸੀਂ ਤਾਂ ਹੀ ਸਾਡੀ ਪਹਿਚਾਣ ਹੈਗੀ ਹੈ ਤੇ ਇਹ ਐਕਸੈਪਟ ਕਰਨਾ ਬਹੁਤ ਜ਼ਰੂਰੀ ਹੈਗਾ। ਆਈ ਥਿੰਕ few things which we all can agree and we have to work on or do is ਅਸੀਂ ਅਮਰੀਕਾ 'ਚ ਆਏ ਹਾਂ to have a better life, of course। ਅਸੀਂ ਕਾਫੀ ਮਿਹਨਤ ਕਰ ਰਹੇ ਹਾਂ, ਕੰਮ ਕਰ ਰਹੇ ਹਾਂ, ਬਟ ਸਾਨੂੰ ਉਸ ਕੰਮ ਵਿੱਚੋਂ ਥੋੜ੍ਹਾ ਜਿਹਾ ਟਾਈਮ ਕੱਢਣਾ ਬਹੁਤ ਜ਼ਰੂਰੀ ਹੈਗਾ। ਜਿੰਨੇ ਵੀ ਬਿਜ਼ਨਸਮੈਨ ਹੈਗੇ ਇੱਥੇ ਅਮਰੀਕਾ ਦੇ ਵਿੱਚ, they are working hard, ਉਹ ਮਤਲਬ ਉਹਨਾਂ ਆਪਣੀ ਲਾਈਫ ਬੈਟਰ ਕਰਨ ਲਈ ਬਹੁਤ ਕੁਝ ਕਰ ਰਹੇ ਆ, ਚਾਹੇ ਉਹ ਜੌਬਸ ਦੇ ਬੰਦੇ ਹੈਗੇ ਆਪਣੇ ਇੰਡੀਅਨਸ। ਬਟ ਸਾਨੂੰ ਹੁਣ ਇੱਥੇ ਸੋਚਣਾ ਪਏਗਾ, ਇੱਕ ਵਾਰੀ ਪੌਜ਼ ਕਰਨਾ ਪਏਗਾ ਆਪਣੀ ਲਾਈਫ ਵਿੱਚ ਕਿ ਮੇਕਿੰਗ ਸ਼ੋਰ ਕਿ ਤੁਹਾਡੇ ਬੱਚੇ ਸਹੀ ਰਾਹ 'ਤੇ ਚੱਲ ਰਹੇ ਹੈ, ਕਿ ਉਹ ਸਿੱਖੀ ਦੀ ਰਾਹ 'ਤੇ ਚੱਲ ਸਕਦੇ ਹੈ, ਤੇ ਉਹਦੇ ਲਈ ਕੀ ਕਰਨਾ ਪਏਗਾ? ਥੋੜ੍ਹਾ ਜਿਹਾ ਤੁਹਾਨੂੰ ਟਾਈਮ ਕੱਢਣਾ ਪਏਗਾ ਤਾਂ ਕਿ ਤੁਸੀਂ ਬੱਚਿਆਂ ਨੂੰ ਐਜੂਕੇਟ ਕਰ ਸਕੋ, ਉਹਨਾਂ ਨੂੰ ਕੰਫਰਟੇਬਲ ਫੀਲ ਕਰਾ ਸਕੋ ਤਾਂ ਕਿ ਉਹ ਸਕੂਲ ਜਾ ਕੇ ਐਕਸਪਲੇਨ ਕਰ ਸਕਣ। ਐਂਡ ਆਈ ਥਿੰਕ ਅਵੇਅਰਨੈਸ ਐਂਡ ਐਜੂਕੇਸ਼ਨ ਗੋਜ਼ ਟੁਗੇਦਰ। ਸਾਨੂੰ ਐਜੂਕੇਟ ਕਰਨਾ ਪਏਗਾ ਆਪਣੇ ਬੱਚਿਆਂ ਨੂੰ ਤਾਂ ਕਿ ਉਹ ਅੱਗੇ ਐਕਸਪਲੇਨ ਕਰ ਸਕਣ ਕਿ what is Sikhism, why do we wear this turban on our head, why do we wear a patka on our head, things like that। ਇਹ ਆਪਾਂ ਨੂੰ ਜਿਹੜਾ ਹੈਗਾ ਐਜੂਕੇਸ਼ਨ ਦੇ ਨਾਲ ਆਊਗਾ। ਅਗੇਨ few things, ਜਿਹੜਾ ਬੱਚਾ ਕੋਈ ਪੋਲਿਟਿਕਸ ਵਿੱਚ ਗੁੱਡ ਹੈਗਾ ਉਹਦੇ ਵਿੱਚ ਜਾਣਾ ਆਈ ਥਿੰਕ ਬਹੁਤ ਇੰਪੋਰਟੈਂਟ ਹੈ ਅੱਜ ਦੇ ਟਾਈਮ ਦੇ ਵਿੱਚ। Look at Canada, we have a good representation over there, that helps a lot। ਜਦ ਕੋਈ ਪਾਰਲੀਮੈਂਟ ਦੇ ਵਿੱਚ ਇੱਕ ਸਿੱਖ ਬੰਦਾ ਪੱਗ ਬੰਨ ਕੇ ਬੈਠਾ ਹੈ ਜੀ, ਉਹਦੀ ਰਿਪਰੈਜ਼ੈਂਟੇਸ਼ਨ is huge।
ਸਾਨੂੰ ਅੱਧਾ ਕੰਮ ਉੱਥੇ ਹੀ ਸਾਡਾ ਹੋ ਜਾਂਦਾ ਅਵੇਅਰਨੈਸ ਬਾਰੇ। ਬਿਲਕੁਲ। I'm sure so many people ask them, who is this guy? Yeah. You know, from which part of the world he is. Yes. Of course, he's not American or Canadian, but ਕਿਹੜੇ part ਤੋਂ ਹੈਗਾ, ਉਹ ਅੱਧਾ ਕੰਮ ਸਾਡਾ ਉੱਤੇ ਹੁੰਦਾ। So I think politics ਵਿੱਚ ਇਨਵੋਲਵ ਹੋਣਾ, ਜਿਹੜਾ ਕਿ ਸਾਡਾ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਮੇਰੀ ਪੀੜ੍ਹੀ ਦੀ, ਤੇ ਆਈ ਥਿੰਕ ਇਹ ਜ਼ਰੂਰੀ ਹੈਗਾ ਸਾਨੂੰ ਇਹ ਚੀਜ਼ਾਂ 'ਚ ਪਾਰਟੀਸਪੇਟ ਕਰਨਾ, ਟਾਈਮ ਕੱਢ ਕੇ ਲੋਕਲ ਇਵੈਂਟਸ ਵਿੱਚ ਜਾਣਾ, ਪਾਰਟੀਸਪੇਟ ਕਰਨਾ, ਐਜੂਕੇਟ ਕਰਨਾ। ਜਿੱਦਾਂ ਕਿ ਡਾਕਟਰ ਸਾਹਿਬ ਨੇ ਕਿਹਾ, ਆਪਣੇ ਨੇਬਰਸ ਤੋਂ ਸ਼ੁਰੂ ਕਰੋ। ਯੂ ਡੋਂਟ ਹੈਵ ਟੂ ਗੋ ਟੂ ਫਾਰ, ਟਾਕ ਟੂ them, you know, explain them who we are, you know। ਕਦੀ ਤੁਹਾਨੂੰ ਚਾਂਸ ਮਿਲਦਾ ਉਹਨਾਂ ਨੂੰ ਗੁਰਦੁਆਰੇ ਲੈ ਕੇ ਜਾਓ, show them, you know, ਅਸੀਂ ਕੌਣ ਹੁੰਦੇ ਹਾਂ, you know। I'm sure ਜਦ ਅਸੀਂ ਇੱਕ ਬੰਦੇ ਨੂੰ ਦੱਸਦੇ ਹਾਂ, ਉਹ ਅੱਗੇ 4 ਬੰਦਿਆਂ ਨੂੰ ਹੋਰ ਦੱਸਦਾ ਹੈ, you know, oh I went to Sikh Gurdwara, they are beautiful people, you know। ਕਿੰਨੀ ਵਾਰੀ ਅਸੀਂ ਸੁਣੀ ਇਹ ਗੱਲ, but ਜਦ ਤੱਕ ਉਹ ਨਹੀਂ ਜਾਂਦੇ, they just make some assumption, and that's what happens after that, and those type of incidents happen if you know, they don't know or they don't have the knowledge of, you know। So very important topic, very important question। I think ਇਸ ਤੋਂ ਬਾਅਦ I would expect ਕਿ youth ਹੋਰ ਅੱਗੇ ਆਏ, parents ਉਹਨਾਂ ਨੂੰ support ਕਰਨ, ਥੋੜਾ time ਕੱਢਣ, ਬਹੁਤ important ਹੈਗਾ। You know, ਇਹਦੇ ਲਈ ਤੁਹਾਨੂੰ ਜੋ ਵੀ ਕਰਨਾ ਪਏ, you know, ਪੈਸਾ important in life ਵਿੱਚ, but on the other hand these values are even more important, I think। ਇਹ ਸਾਨੂੰ ਨਾਲ ਲੈ ਕੇ I mean, ਪੈਸਾ ਤਾਂ ਨਾ ਕੋਈ ਲੈ ਕੇ ਆਉਂਦਾ, ਨਾ ਅਸੀਂ ਲੈ ਕੇ ਜਾਣਾ ਹੈ, ਬਟ ਵੈਲਿਊਜ਼ ਤੁਸੀਂ ਛੱਡ ਕੇ ਜਾ ਸਕਦੇ ਹੋ ਅਗਲੀ ਜਨਰੇਸ਼ਨ ਲਈ। ਆਈ ਥਿੰਕ ਤੁਹਾਡਾ ਇਹ ਸੁਝਾਅ ਕਿ ਬੱਚਿਆਂ ਨੂੰ ਉਹਨਾਂ ਦੇ ਵਿੱਚ ਇੱਕ ਇਹੋ ਜਿਹਾ ਕੌਨਫੀਡੈਂਸ ਸਾਨੂੰ ਇਨਸਟਿਲ ਕਰਨਾ ਚਾਹੀਦਾ ਹੈ ਕਿ ਉਹ ਉਸੇ ਕੌਨਫੀਡੈਂਸ ਦੇ ਨਾਲ ਅੱਗੇ ਜਾ ਕੇ ਆਪ ਦੇ ਦੋਸਤਾਂ ਨੂੰ ਸਕੂਲ ਦੇ ਵਿੱਚ ਇਹ ਦੱਸਣ ਕਿ ਨਹੀਂ, ਮੈਂ ਪੱਗ ਇਸ ਲਈ ਬੰਨ੍ਹਦਾ, ਮੈਂ ਸਿੱਖ ਹਾਂ, ਸਾਡੇ ਇਹ ਵੈਲਿਊਜ਼ ਹਨ। ਉਹ ਬੱਚਿਆਂ ਦੇ ਵਿੱਚ ਜਦੋਂ ਅਸੀਂ ਕੌਨਫੀਡੈਂਸ ਪਾਤਾ, ਪਹਿਲਾ ਕਦਮ ਤਾਂ ਉੱਥੇ ਹੀ ਪੂਰਾ ਹੋ ਗਿਆ ਜੋ ਇਸ ਸਟਰਗਲ ਦੇ ਵਿੱਚ ਸਾਨੂੰ ਚੁੱਕਣਾ ਪੈਂਦਾ ਹੈ। ਭਾਵੇਂ ਅਸੀਂ ਇਹ ਪ੍ਰੋਗਰਾਮ ਨੂੰ ਇੱਕ ਥੋੜ੍ਹੇ ਜਿਹੇ ਹੈਵੀ ਹਾਰਟ ਦੇ ਨਾਲ ਪੇਸ਼ ਕਰ ਰਹੇ ਹਾਂ। ਤੁਹਾਡੇ ਦੋਨਾਂ ਦੇ ਇਹ ਸੁਝਾਅ ਸੁਣ ਕੇ, ਇਹ ਕਲੋਜ਼ਿੰਗ ਮੈਸੇਜ ਸੁਣ ਕੇ ਇੱਕ ਵਾਰੀ ਫਿਰ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦੀ ਹਾਂ, ਹੌਸਲਾ ਬੁਲੰਦ ਹੋ ਗਿਆ ਸਾਡਾ। ਓਕ ਕ੍ਰੀਕ ਦੀ ਪੂਰੀ ਕਮਿਊਨਿਟੀ ਅੱਜ ਸਾਡੀ ਅਰਦਾਸਾਂ ਦੇ ਵਿੱਚ ਹੈ, ਬਟ ਸਾਨੂੰ ਵਾਹਿਗੁਰੂ ਨੇ ਮਿਹਰ ਸਾਡੇ ਉੱਤੇ ਇਹੀ ਕੀਤੀ ਹੈ ਕਿ ਸਿੱਖ ਜਿੱਥੇ ਵੀ ਵਸਦੇ ਹੈ, ਜੋ ਵੀ ਚੈਲੰਜਸ, ਜੋ ਵੀ ਤਕਲੀਫਾਂ ਉਹਨਾਂ ਦੇ ਅੱਗੇ ਆਉਂਦੀਆਂ, ਉਹ ਚੜ੍ਹਦੀ ਕਲਾ 'ਚ ਰਹਿੰਦੇ ਹੈ। ਅਤੇ ਤੁਹਾਡੇ ਦੋਨਾਂ ਨਾਲ ਗੱਲ ਕਰਕੇ ਅੱਜ ਸਾਨੂੰ ਵੀ ਉਹ ਚੜ੍ਹਦੀ ਕਲਾ ਦਾ ਪੂਰਾ ਐਕਸਪੀਰੀਅੰਸ ਮਹਿਸੂਸ ਹੋ ਰਿਹਾ ਹੈ। ਡਾਕਟਰ ਹਰਚਰਨ ਸਿੰਘ ਗਿੱਲ ਅਤੇ ਪ੍ਰਭਜੋਤ ਸਿੰਘ, ਤੁਹਾਨੂੰ ਦੋਨਾਂ ਨੂੰ ਤੁਹਾਡੇ ਟਾਈਮ ਲਈ ਅਤੇ ਬਾਕੀ ਕਮਿਊਨਿਟੀ ਨੂੰ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਇਸ ਸਟਰੈਂਥ ਲਈ ਜੋ ਅੱਜ ਪੂਰੀ ਦੁਨੀਆ ਅੱਗੇ ਵੇਖਣ ਨੂੰ ਮਿਲ ਰਹੀ ਹੈ, ਕਿਸ ਤਰ੍ਹਾਂ ਤੁਸੀਂ ਅੱਗੇ ਵਧ ਰਹੇ ਹੋ ਇਸ ਟ੍ਰੈਜਡੀ ਤੋਂ। ਅਤੇ ਥੈਂਕ ਯੂ ਅਗੇਨ ਕਿ ਤੁਸੀਂ ਸਾਡੇ ਨਾਲ ਟਾਈਮ ਕੱਢ ਕੇ ਜੁੜੇ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਨਸ ਅਗੇਨ ਅੱਜ ਅਸੀਂ ਓਕ ਕ੍ਰੀਕ ਦੀ ਜੋ ਟ੍ਰੈਜਡੀ ਸੀਗੀ, ਮੈਸ ਸ਼ੂਟਿੰਗ ਸੀਗੀ, ਉਹਦੇ ਬਾਰੇ ਥੋੜ੍ਹੀ ਜਿਹੀ ਯਾਦਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਹੁਣ ਵਿਕਟਮਸ ਦੇ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਜ਼ਿਕਰ ਕੀਤਾ, ਬਟ ਇਹ ਪ੍ਰੋਗਰਾਮ ਅਸੀਂ ਇੱਕ ਸੈਡ ਟੋਨ 'ਤੇ ਨਹੀਂ ਛੱਡ ਕੇ ਜਾਣਾ, ਬਿਕੋਜ਼ ਇਸ ਪ੍ਰੋਗਰਾਮ ਦਾ ਇਹੀ ਮਿਸ਼ਨ ਹੈ ਕਿ ਸਾਨੂੰ ਸਾਰਿਆਂ ਨੂੰ ਅੰਦਾਜ਼ਾ ਹੋਏ ਕਿ ਕਿੰਨਾ ਕੰਮ ਅੱਗੇ ਬਾਕੀ ਹੈ ਸਾਡੇ ਲਈ, ਕਿ ਭਾਵੇਂ ਉਸ ਟ੍ਰੈਜਡੀ ਤੋਂ 10 ਸਾਲ ਲੰਘ ਗਏ ਹੈ, ਬਟ ਜਿਹਦੇ ਕਰਕੇ ਉਹ ਹਾਦਸਾ ਹੋਇਆ, ਉਨ ਏਰੀਆਜ਼ ਦੇ ਵਿੱਚ ਹਲੇ ਵੀ ਇੰਪਰੂਵਮੈਂਟ ਦੀ ਬਹੁਤ ਲੋੜ ਹੈ। ਐਂਡ ਅਸੀਂ ਉਨ ਏਰੀਆਜ਼ ਦੇ ਵਿੱਚ ਇੱਕ ਬਦਲਾਵ, ਇੱਕ ਪੋਜ਼ੀਟਿਵ ਚੇਂਜ ਲੈ ਕੇ ਆ ਸਕਦੇ ਹਾਂ, ਇੱਕ ਇੰਡੀਵਿਜੂਅਲ ਤੌਰ 'ਤੇ, ਇੱਕ ਪਰਿਵਾਰਿਕ ਤੌਰ 'ਤੇ, ਇੱਕ ਕੌਮ ਦੇ ਤੌਰ 'ਤੇ। ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਜਾਂ ਇਸ ਵੀਕਐਂਡ ਓਕ ਕ੍ਰੀਕ ਵਿਸਕੌਨਸਿਨ ਦੇ ਵਿੱਚ ਜੋ ਵੱਖ-ਵੱਖ ਹੋਰ ਪ੍ਰੋਗਰਾਮਸ ਹੋ ਰਹੇ ਹਨ, ਉਸ ਓਕ ਕ੍ਰੀਕ ਗੁਰਦੁਆਰਾ ਸਾਹਿਬ ਦੀ ਸ਼ੂਟਿੰਗ ਨੂੰ ਲੈ ਕੇ ਤੁਸੀਂ ਸਾਡੇ ਲਈ ਜਾਂ ਹੋਰ ਵੱਖ-ਵੱਖ ਸੰਸਥਾਵਾਂ ਜੋ ਸਾਡੇ ਨਾਲ ਜੁੜੀਆਂ ਹਨ, ਉਹਨਾਂ ਦੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਰੱਖਣਾ ਚਾਹੁੰਦੇ ਹੋ, ਜ਼ਰੂਰ ਸਾਨੂੰ ਕੰਟੈਕਟ ਕਰੋ info@justbroadcasting.com, ashmita@justbroadcasting.com। ਅਤੇ ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।